2013-14 ਜਦੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਸੀ ਕੀਤੀ, ਕੀ ਸਮੱਸਿਆ ਲੱਗਦੀ ਸੀ? ਜਾਣੀ ਤੁਹਾਨੂੰ ਕਿੱਥੇ ਘਾਟ ਲੱਗੀ? ਉਹ ਅਖੀਰਲੇ ਸਾਲ ਜਾ ਕੇ ਐਲਾਨ ਕਰਦੇ ਨੇ, 6 ਮਹੀਨੇ ਪਹਿਲਾਂ ਨੀਂਹ ਪੱਥਰ ਰੱਖਦੇ ਨੇ। ਸਾਡੀ ਸਰਕਾਰ ਨੇ ਡੇ 1 ਤੋਂ ਹੀ ਕੰਮ ਕਰਨਾ ਸ਼ੁਰੂ ਕਰਤਾ ਹੈਗਾ। ਹੁਣ ਡਾਕਟਰ ਰਵਜੋਤ ਹੋਰੀ ਐਮਐਲਏ ਨੇ ਜੀ ਸਰ। ਆਪਾਂ ਸਰਕਾਰ ਨੂੰ ਪਰੇ ਰੱਖ ਦਿੰਨੇ ਆ ਜੀ। ਤੁਹਾਡੇ ਹਲਕੇ 'ਚ ਆਮ ਬੰਦੇ ਦੀ ਸੁਣਵਾਈ ਹੁੰਦੀ ਆ? ਅਸੀਂ ਹੁਣ ਐਮਐਲਏ ਬਣੇ ਤੇ ਜਿਨ੍ਹਾਂ ਨੇ ਸਾਨੂੰ ਚੁਣਿਆ ਉਹਨਾਂ ਦੇ ਵੀ ਹੈ, ਜਿਨ੍ਹਾਂ ਨੇ ਨਹੀਂ ਚੁਣਿਆ ਅਸੀਂ ਉਹਨਾਂ ਦੇ ਵੀ ਹੈ। ਡਾਕਟਰ ਸਾਹਿਬ ਕੀ ਕਰਨ? ਸ਼ਾਮ 84 ਵਿਧਾਨ ਸਭਾ ਹਲਕੇ ਦੇ ਲੋਕ ਜਾਂ ਪੰਜਾਬ ਦੇ ਲੋਕ, ਉਹਨਾਂ ਨੂੰ ਇੱਕ ਡਾਕਟਰ ਦੇ ਕੋਲ ਜਾਣਾ ਹੀ ਨਾ ਪਵੇ। ਦਾਣੇ ਵੀ ਉਹੀ ਹੋਣੇ ਆ, ਜਿਹੜੀ ਮਰਜ਼ੀ ਤੁਸੀਂ ਮੁਲਕ ਚਲ ਜਾਓ, ਠੀਕ ਹੈ ਜੀ। ਦੁੱਧ ਵੀ ਉਹੀ ਹੋਣਾ ਹੈਗਾ, ਠੀਕ ਹੈ। ਸਬਜ਼ੀ ਵੀ ਉਹੀ ਹੋਣੀ ਹੈ। ਇਹ ਸਿਰਫ ਉਹਨੂੰ ਕੀ ਕਹਿੰਦੇ ਆਪਾਂ ਉਹਨੂੰ ਕਿੱਦਾਂ ਉਹਨੂੰ ਛਕਣਾ, ਆਪਾਂ ਕਿਸ ਤਰੀਕੇ ਨਾਲ ਛਕਣਾ, ਗੱਲ ਉਹ ਹੈਗੀ ਹੈ। ਤੁਹਾਡਾ ਜਿਹੜਾ ਵਿਧਾਨ ਸਭਾ ਹਲਕਾ ਨਾ, ਚੋਆਂ ਵਾਲਾ ਹਲਕਾ ਜੀ, ਸ਼ਾਮ 84 ਜੀ। ਕਿੰਨੀਆਂ ਟਰਾਲੀਆਂ 2 ਨੰਬਰ 'ਚ ਰੋਜ਼ ਰੇਤਾ ਦੀਆਂ ਕੱਢ ਦਿੰਦੇ ਹੋ? ਕਿੰਨੇ ਕੁ ਨੋਟ ਤਕਾਲਾਂ ਨੂੰ ਗਿਣ ਕੇ ਆ ਜਾਂਦੇ ਕਦੇ? ਅਸੀਂ ਤਾਂ ਆਪਣੇ ਦਰਬਾਰ ਹਮੇਸ਼ਾ ਹੀ ਖੁੱਲੇ ਰੱਖੀ ਦੇ, ਚਾਹੇ ਹਸਪਤਾਲ ਦੇ ਹੋਣ ਚਾਹੇ ਦਫ਼ਤਰ ਦੇ ਹੋਣ। ਦਿੱਲੀ ਵਾਲੇ ਕਹਿੰਦੇ ਆ ਕਿ ਭਾਈ ਡਾਕਟਰ ਰਵਜੋਤ ਨੂੰ ਆਹ ਕਰਨਾ ਜੋ ਕਹਿੰਦਾ, ਕਿਉਂਕਿ ਤੁਹਾਡੀ ਪਾਰਟੀ ਦੇ ਉੱਤੇ ਦੋਸ਼ ਲੱਗਦਾ ਕਿ ਤੁਸੀਂ ਆਪ ਨਹੀਂ ਕੁਝ ਕਰ ਸਕਦੇ, ਦਿੱਲੀ ਵਾਲੇ ਹੀ ਚਲਾਉਂਦੇ ਸਾਰਾ ਕੰਮ। ਅਸੀਂ ਤਾਂ ਆਪਣੇ ਕੰਮ ਦੀ ਗੱਲ ਕਰਾਂਗੇ, ਆਪਣੇ ਹਲਕੇ ਦੀ ਗੱਲ ਕਰਾਂਗੇ, ਆਪਣੀ ਗੱਲ ਕਰਾਂਗੇ। ਵਿਰੋਧੀ ਧਿਰਾਂ ਕਹਿੰਦੀਆਂ ਕਿ ਆਮ ਆਦਮੀ ਪਾਰਟੀ ਟਿਕਟਾਂ ਪੈਸੇ ਦੇ ਕੇ ਮਿਲਦੀਆਂ। 3 ਟਿਕਟਾਂ ਦੇ ਕਿੰਨੇ ਪੈਸੇ ਦਿੱਤੇ? ਹੱਸ ਕੇ ਨਾ ਸਾਰਾ ਡਾਕਟਰ ਸਾਹਿਬ। ਸਰਕਾਰ ਨੂੰ ਵੀ ਕੁਝ ਟੀਮ ਇਦਾਂ ਦੀ ਹੋਵੇ, ਕੋਈ ਸਕੂਲ ਆਫ ਥਾਟਸ ਹੋਣ ਕਿ ਕੁਝ ਆਪਣੇ ਲੈਵਲ ਤੇ ਪ੍ਰੋਡਕਸ਼ਨ ਸ਼ੁਰੂ ਕਰ ਦੇਣ ਜਾਂ ਕੋਈ ਫਰਮ ਲਾ ਦੇਣ ਜੀ, ਜੋ ਚ ਮਤਲਬ ਕਿ ਚਲੋ ਸਰਕਾਰ ਦੀ ਵੀ ਇਨਵੈਸਟਮੈਂਟ ਹੋ ਜੀ, ਲੋਕਾਂ ਨੂੰ ਰੋਜ਼ਗਾਰੀ ਮਿਲ ਜੂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਦੀ ਰਾਜਨੀਤੀ ਜਿਹੜੀ ਹੈ ਨਾ, ਉਹ ਬੜੀ ਹੈਰਾਨੀਜਨਕ ਹੈ, ਅਜੀਬੋ-ਗਰੀਬ ਹੈ। ਪੰਜਾਬ ਦੇ ਲੋਕ ਕਿਸੇ ਨੂੰ ਬਖਸ਼ਦੇ ਨਹੀਂ। ਪੰਜਾਬ ਦੇ ਲੋਕ ਜੇ ਹੱਥਾਂ ਤੇ ਚੱਕਣ ਆਉਣ ਤਾਂ ਚੱਕ ਲੈਂਦੇ ਆ ਭਾਈ। ਐਤਕੀ ਪੰਜਾਬ ਵਿਧਾਨ ਸਭਾ ਦੀ ਚੋਣ ਹੋਈ, ਉਹਦੇ ਵਿੱਚ ਬਹੁਤ ਸਾਰੇ ਵਕੀਲ, ਬਹੁਤ ਸਾਰੇ ਡਾਕਟਰ, ਬਹੁਤ ਸਾਰੇ ਪੜ੍ਹੇ ਲਿਖੇ ਸੱਜਣ ਵੀ ਚੁਣ ਕੇ ਆਏ, ਤੇ ਜਿਹੜੇ ਪਹਿਲਾਂ ਕਦੇ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਹੀਂ ਸੀ ਅਪੜੇ। ਅੱਜ ਆਪਾਂ ਵਿਧਾਨ ਸਭਾ ਹਲਕਾ ਸ਼ਾਮ 84 ਜ਼ਿਲ੍ਹਾ ਹੁਸ਼ਿਆਰਪੁਰ, ਉੱਥੋਂ ਦੀ ਗੱਲਬਾਤ ਕਰਾਂਗੇ। ਥੋੜ੍ਹਾ ਜਿਹਾ ਨੀਮ ਪਹਾੜੀ ਇਲਾਕਾ ਹੈ, ਥੋੜ੍ਹਾ ਜਿਹਾ ਚੋਆਂ ਵਾਲਾ ਇਲਾਕਾ, ਨਰੋਲ ਪੇਂਡੂ ਇਲਾਕਾ ਵੀ ਆਪਾਂ ਕਹਿ ਸਕਦੇ ਹਾਂ। ਅਤੇ ਉੱਥੋਂ ਆਮ ਆਦਮੀ ਪਾਰਟੀ ਦੇ ਐਮਐਲਏ ਚੁਣੇ ਗਏ ਨੇ ਡਾਕਟਰ ਰਵਜੋਤ। ਅਤੇ ਡਾਕਟਰ ਰਵਜੋਤ ਹੋਰੀ 2017 ਦੇ ਵਿੱਚ ਵੀ ਇੱਥੋਂ ਚੋਣ ਲੜੇ ਸੀ। ਫਿਰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ। ਤੀਸਰੀ ਚੋਣ ਦੇ ਵਿੱਚ ਜਾ ਕੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ। ਅਤੇ ਅੱਜ ਆਪਾਂ ਵੈਸੇ ਹੀ ਖੁੱਲ੍ਹੀਆਂ ਜਿਹੀਆਂ ਗੱਲਾਂ ਬਾਤਾਂ ਡਾਕਟਰ ਰਵਜੋਤ ਹੋਰਾਂ ਦੇ ਨਾਲ ਕਰਾਂਗੇ, ਕੁਝ ਹਲਕੇ ਬਾਰੇ, ਕੁਝ ਉਹਨਾਂ ਬਾਰੇ, ਕੁਝ ਆਉਣ ਵਾਲੇ ਸਮੇਂ ਬਾਰੇ ਕਿ ਭਵਿੱਖ ਦੇ ਵਿੱਚ ਰਣਨੀਤੀ ਜਿਹੜੀ ਕੀ ਹੋਊਗੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ। ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, MBBS ਜਦੋਂ ਕਰ ਲੈਂਦਾ ਬੰਦਾ, ਰਜਿਸਟ੍ਰੇਸ਼ਨ ਹੋ ਜਾਂਦੀ ਹੈ ਜੀ। 9 ਵਜੇ ਇੱਦਾਂ ਦੀ ਕੁਰਸੀ ਤੇ ਆ ਕੇ ਬੈਠੋ, 11 ਵਜੇ ਤੱਕ ਗੱਲਾਂ ਤੁੰਨ ਹੋ ਜਾਂਦਾ ਨੋਟਾਂ ਨਾਲ। ਕਿੱਧਰ ਫਸ ਗਏ ਰਾਜਨੀਤੀ 'ਚ? ਤੇ ਚਲੋ ਬਾਠ ਸਾਹਿਬ, ਅੰਮਾ ਮੇਰੇ ਮੋਸਟਲੀ ਬਿਮਾਰ ਰਹਿੰਦੇ ਸੀ, ਸ਼ੂਗਰ ਦੀ ਪ੍ਰੋਬਲਮ ਸੀਗੀ। ਠੀਕ ਹੈ ਜੀ। ਉਹ ਤਾਂ ਉਹਨਾਂ ਨੇ ਇਹੀ ਕਹਿਣਾ ਕਿ ਮੈਂ ਤੈਨੂੰ ਡਾਕਟਰ ਸਿਰਫ ਆਪਣੇ ਲਈ ਬਣਾਇਆ, ਲੋਕਾਂ ਲਈ ਨਹੀਂ ਬਣਾਇਆ। ਚਲੋ ਉਹਨਾਂ ਦੀ ਇੱਛਾ ਸੀਗੀ, ਅਸੀਂ ਬਣ ਗਏ। ਫਿਰ MBBS ਕੀਤੀ ਪਟਿਆਲੇ ਤੋਂ ਅਸੀਂ ਆਪਾਂ ਜੀ। ਫਿਰ ਅਸੀਂ ਉਸ ਤੋਂ ਬਾਅਦ ਵੀ ਮੇਰਾ ਧਿਆਨ ਸੀ ਕਿ ਅਸੀਂ PCS IAS ਚੱਲ ਜਾਈਏ। ਠੀਕ ਹੈ। ਬੁੱਕਸ ਵੀ ਖਰੀਦੀਆਂ ਆਪਾਂ, ਇਕਨੋਮਿਕਸ ਦੀਆਂ, ਕਨਸਟੀਟਿਊਸ਼ਨ ਪੜ੍ਹਨਾ ਵੀ ਸ਼ੁਰੂ ਕੀਤਾ। ਠੀਕ ਹੈ ਜੀ। ਅੰਮਾ ਕਹਿੰਦੇ ਨਹੀਂ ਤੂੰ ਇੱਧਰ ਹੀ ਰਹਿ ਜਿੱਥੇ ਤੂੰ ਚੱਲਿਆ ਤੂੰ, ਕਿਉਂਕਿ ਮੈਂ ਬਣਾਏ ਡਾਕਟਰ ਤੈਨੂੰ ਆਪਣੇ ਵਾਸਤੇ। ਠੀਕ ਹੈ ਜੀ। ਫਿਰ ਸਾਡੀ ਪੋਸਟ ਗ੍ਰੈਜੂਏਸ਼ਨ ਹੋਈ PGI ਤੋਂ, ਤੇ ਉਸ ਤੋਂ ਬਾਅਦ ਫਿਰ ਆਪਣਾ ਕੰਮ ਕਰ ਪ੍ਰੈਕਟਿਸ ਸ਼ੁਰੂ ਹੋ ਗਈ ਜੀ। ਤੇ ਫਿਰ ਤਕਰੀਬਨ 13-14 ਜਦੋਂ ਪਾਰਟੀ ਆਈ ਸੀਗੀ, ਤੇ ਸਾਨੂੰ ਚੰਗਾ ਲੱਗਿਆ ਕੋਈ ਇੱਕ ਪੜ੍ਹਿਆ ਲਿਖਿਆ ਇਨਸਾਨ ਆਮ ਲੋਕਾਂ ਦੀ ਗੱਲ ਕਰਦਾ, ਆਮ ਪਰਿਵਾਰਾਂ ਦੀ ਗੱਲ ਕਰਦੇ ਨੇ, ਉਹ ਗਰੀਬਾਂ ਦੀ ਗੱਲ ਕਰਦੇ ਨੇ। ਜੀ। ਜੋ ਸਿਸਟਮ ਇੰਨਾ ਭਿਆਨਕ ਹੋ ਚੁੱਕਿਆ, ਮਤਲਬ ਕਿਤੇ ਵੀ ਆਮ ਬੰਦੇ ਦੀ ਕਿਤੇ ਸੁਣਵਾਈ ਨਹੀਂ। ਜੇ ਸੁਣਵਾਈ ਹੁੰਦੀ ਜਾਂ ਡੰਡੇ ਦੀ ਹੁੰਦੀ ਜਾਂ ਪੈਸੇ ਦੀ ਹੁੰਦੀ। ਜੀ। ਤੇ ਅਸੀਂ ਸੋਚਿਆ, ਕਿਉਂਕਿ ਅਸੀਂ ਪੜ੍ਹੇ ਲਿਖੇ ਸੀਗੇ, ਸੋਚ ਸੀ, ਸਮਝ ਸੀ, ਅਸੀਂ ਵਿਚਾਰ ਕਰ ਸਕਦੇ ਸੀਗੇ।
ਅਸੀਂ ਸੋਚਿਆ ਕਿਉਂ ਨਾ ਫਿਰ ਆਪਾਂ ਇਸ ਸ਼ਖਸ ਦਾ ਅਸੀਂ ਸਾਥ ਦਈਏ, ਇਹਦੀ ਸੋਚ ਨੂੰ ਅਸੀਂ ਹੋਰ ਮਜ਼ਬੂਤ ਬੁਲੰਦ ਕਰੀਏ। ਸੋ ਫਿਰ ਅਸੀਂ ਇਹਨਾਂ ਨਾਲ ਅਸੀਂ ਜੁੜੇ ਸੀ। ਆਪਾਂ ਕਿਹੜੇ ਸ਼ਖਸ? ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ। ਠੀਕ ਹੈ ਡਾਕਟਰ ਸਾਹਿਬ, ਹੁਣ ਮੈਂ ਇੱਕੋ ਗੱਲ ਪੁੱਛਣ ਲੱਗਿਆ ਕਿ ਜੀ 2013-14 ਜਦੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਨਹੀਂ ਸੀ ਕੀਤੀ, ਜੀ ਕੀ ਸਮੱਸਿਆ ਲੱਗਦੀ ਸੀ? ਜਾਣੀ ਤੁਹਾਨੂੰ ਕਿੱਥੇ ਘਾਟ ਲੱਗੀ, ਜਾਣੀ ਕਿ ਭਾਈ ਆਹ ਚੀਜ਼ਾਂ ਜਿਹੜੀਆਂ, ਕਿਉਂਕਿ 1997 ਤੋਂ 2002 ਤੱਕ ਬਾਦਲ ਸਾਹਿਬ ਦੀ ਸਰਕਾਰ ਰਹੀ, ਉਹ ਕਹਿੰਦੇ ਜੀ ਅਸੀਂ ਵਾਅਦੇ ਪੂਰੇ ਕੀਤੇ ਜੀ। ਫਿਰ ਕੈਪਟਨ ਸਾਹਿਬ ਦੀ 2002 ਤੋਂ 7 ਤੱਕ ਸਰਕਾਰ ਰਹੀ, ਉਹ ਕਹਿੰਦੇ ਜੀ ਅਸੀਂ ਵਾਅਦੇ ਪੂਰੇ ਕੀਤੇ। ਫਿਰ ਬਾਦਲ ਸਾਹਿਬ ਦੀ ਸਰਕਾਰ ਆਈ 2012 ਤੱਕ, ਉਹ ਕਹਿੰਦੇ ਅਸੀਂ ਵੀ ਵਾਅਦੇ ਪੂਰੇ ਕੀਤੇ। ਜਾਣੀ ਉਹਨਾਂ ਦਾ ਦਾਅਵਾ ਸੀ ਕਿ ਅਸੀਂ ਤਾਂ ਸਾਰਾ ਕੁਝ ਠੀਕ ਕਰ ਦਿੱਤਾ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੀ ਦਿੱਤਾ, ਕੈਪਟਨ ਸਾਹਿਬ ਦਾ ਖੂੰਡਾ ਵੀ ਖੜਕਿਆ। ਜਾਣੀ ਤੁਹਾਨੂੰ ਘਾਟ ਕਿੱਥੇ ਲੱਗਦੀ ਸੀ ਕਿ ਤੁਸੀਂ ਡਾਕਟਰੀ ਕੀਤਾ ਤੇ ਨਾਲ ਦੀ ਨਾਲ ਸਿਆਸਤ ਸ਼ੁਰੂ ਕੀਤੀ? ਅਸੀਂ ਪਹਿਲਾਂ ਉਹ ਪਹਿਚਾਣ ਕਰ ਲਈਏ। ਜੀ ਸਹੀ ਗੱਲ ਆ। ਇਟ ਵਾਸ ਉਹਨਾਂ ਨੇ ਕਿਹਾ ਜੀ, ਪਰ ਹਵਾ 'ਚ ਸੀਗਾ। ਉਹਨਾਂ ਨੇ ਕਿਹਾ, ਅਖਬਾਰਾਂ 'ਚ ਇਸ਼ਤਿਹਾਰ ਸੀਗੇ, ਪਰ ਜੇ ਤੁਸੀਂ ਗਰਾਊਂਡ ਤੇ ਦੇਖੋਗੇ, ਤੁਸੀਂ ਮੁਹੱਲਿਆਂ 'ਚ, ਘਰਾਂ 'ਚ, ਪਿੰਡਾਂ ਜਾ ਕੇ ਦੇਖੋਗੇ, ਉੱਥੇ ਕੋਈ ਪਰਿਵਰਤਨ ਜਾਂ ਉੱਥੇ ਕੋਈ ਤਬਦੀਲੀ ਨਹੀਂ ਸੀਗੀ ਜੀ। ਤਹਿਸੀਲਾਂ ਚਲ ਜਾਓ, ਕਚਹਿਰੀਆਂ ਚਲ ਜਾਓ, ਕਿਤੇ ਵੀ ਚਲ ਜਾਓ, ਮਤਲਬ ਕਿ ਜੇ ਤੇ ਮਾਰ ਪੈਂਦੀ ਸੀ ਉਹ ਤਾਂ ਆਮ ਬੰਦਾ ਸੀਗਾ, ਗਰੀਬ ਘਰ ਦਾ ਪਰਿਵਾਰ ਸੀਗਾ, ਉਹ ਤੇ ਮਾਰ ਪੈਂਦੀ ਸੀ। ਪਰ ਜਿਹੜੇ ਰਸੂਖਦਾਰ ਹੁੰਦੇ ਉਹਨਾਂ ਦੇ ਕੰਮ ਤਾਂ ਸਾਰੇ ਹੋ ਹੀ ਜਾਂਦੇ ਸੀਗੇ। ਸਿਰਫ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ, ਉਹਨਾਂ ਲਈ ਅਸੀਂ ਫਿਰ ਮੈਂ ਕਿਹਾ ਆਪਾਂ ਇੱਧਰ ਚੱਲੀਏ ਆਪਾਂ। ਜੀ, ਤੁਹਾਨੂੰ ਲੱਗਦਾ ਸੀ ਕਿ ਆਮ ਬੰਦੇ ਦੀ ਸੁਣਵਾਈ ਉਦੋਂ ਨਹੀਂ ਸੀ ਹੁੰਦੀ? ਬਿਲਕੁਲ ਸਹੀ ਹੈ ਜੀ। ਹੁਣ ਡਾਕਟਰ ਰਵਜੋਤ ਹੋਰੀ ਐਮਐਲਏ ਨੇ ਜੀ ਸਰ, ਆਪਾਂ ਸਰਕਾਰ ਨੂੰ ਪਰੇ ਰੱਖ ਦਿੰਨੇ ਆ ਜੀ, ਤੁਹਾਡੇ ਹਲਕੇ 'ਚ ਆਮ ਬੰਦੇ ਦੀ ਸੁਣਵਾਈ ਹੁੰਦੀ ਆ? ਜੀ ਜ਼ਰੂਰ। ਅਸੀਂ ਤਾਂ ਆਪਣੇ ਦਰਬਾਰ ਹਮੇਸ਼ਾ ਹੀ ਖੁੱਲੇ ਰੱਖੀ ਦੇ, ਚਾਹੇ ਹਸਪਤਾਲ ਦੇ ਹੋਣ, ਚਾਹੇ ਦਫ਼ਤਰ ਦੇ ਹੋਣ। ਅਸੀਂ ਕਿਸੇ ਨੂੰ ਵੀ ਕਦੇ ਇਗਨੋਰ ਨਹੀਂ ਕੀਤਾ। ਅਸੀਂ ਹਮੇਸ਼ਾ ਹੀ ਹਰੇਕ ਬੰਦਾ ਜੋ ਸਾਡੇ ਕੋਲ ਆਉਂਦਾ ਸੀ, ਆਪਾਂ ਉਹਨੂੰ ਖੁਸ਼ ਕਰਕੇ ਹੀ ਤੋਰੀਦਾ, ਜਿੰਨਾ ਕੁ ਹੋ ਸਕਦਾ, ਜਿੰਨੇ ਜੋਗੇ ਹੋ ਸਕਦੇ। ਅਸੀਂ ਜਾ ਕੇ ਪੁੱਛ ਲੈਣਾ? ਨਹੀਂ, ਜ਼ਰੂਰ, ਮੋਸਟ ਵੈਲਕਮ। ਆਪਾਂ ਜਲੰਧਰ ਸਟੂਡੀਓ ਬੈਠੇ, ਇੱਥੋਂ ਮਿੰਟ 25 ਲੱਗਣੇ ਜਾਣ ਨੂੰ। ਜੀ ਜ਼ਰੂਰ। ਠੀਕ ਹੈ ਜੀ। ਮੈਂ ਡਾਕਟਰ ਰਵਜੋਤ ਹੋਰਾਂ ਬਾਰੇ ਇੱਕ ਗੱਲ ਦੱਸਦੇ ਹਾਂ ਕਿ ਮੈਂ ਕਦੇ ਨਹੀਂ ਮਿਲਿਆ ਸੀ ਜੀ। ਮੈਂ ਪਹਿਲੀ ਮੇਰੀ ਮੁਲਾਕਾਤ ਹੈ ਇਹਨਾਂ ਦੇ ਨਾਲ। ਇੱਕ ਦਿਨ ਹੱਥ ਜ਼ਰੂਰ ਮਿਲਾ ਹੋਇਆ ਸੀ ਇਹਨਾਂ ਦੇ ਨਾਲ, ਉਹ ਵੀ ਪੌੜੀਆਂ ਉਤਰਦੇ। ਵਿਧਾਨ ਸਭਾ ਦੀ ਕਾਰਵਾਈ ਦੇਖਣ ਗਏ ਸੀ ਇੱਕ ਦਿਨ, ਮੈਂ ਤੇ ਅਮਨ ਖਟਕੜ CEO ਪ੍ਰਾਈਮ ਏਸ਼ੀਆ TV। ਅਸੀਂ ਉੱਥੇ ਜਾ ਕੇ, ਜਿੱਥੇ ਦਰਸ਼ਕ ਗੈਲਰੀ ਹੁੰਦੀ ਹੈ, ਉੱਥੇ ਜਾ ਕੇ ਬੈਠੇ। ਕਾਰਵਾਈ ਸ਼ੁਰੂ ਹੋਣੀ ਸੀ ਮੰਨ ਲਓ ਕਿ 2 ਵਜੇ, ਅਸੀਂ 1:15 ਵਜੇ ਜਾਂ 1:30 ਵਜੇ ਚਲੇ ਗਏ। ਤੇ ਜਿੱਥੇ MLA ਸਾਹਿਬਾਨ ਨੇ ਬੈਠਣਾ ਹੁੰਦਾ, ਸੱਤਾਧਾਰੀ ਧਿਰ ਵੀ ਖਾਲੀ, ਵਿਰੋਧੀ ਧਿਰ ਵੀ ਖਾਲੀ, ਕੋਈ ਬੈਠਾ ਨਹੀਂ ਸੀ ਕਿਉਂਕਿ ਟਾਈਮ ਰਹਿੰਦਾ ਸੀ। ਉੱਥੇ ਇੱਕ ਵਿਅਕਤੀ ਵਿਸ਼ੇਸ਼ ਬੈਠੇ। ਮੈਨੂੰ ਐ ਸੋਚਿਆ ਕਿ ਭਾਈ ਹੁਣ ਵਿਧਾਨ ਸਭਾ ਦੇ ਵਿੱਚ ਲਾਈਵ ਚੱਲਦਾ ਹੁੰਦਾ ਸਾਰਾ ਕੁਝ, ਕਿ ਉਹਨਾਂ ਨੇ ਆਪਣੇ ਕੋਲ ਕਰਮਚਾਰੀ ਬਿਠਾਏ ਆ ਕਿ ਭਾਈ ਆਪਾਂ ਕੈਮਰੇ ਦੇ ਐਂਗਲ ਜਿਹੜੇ ਸੈੱਟ ਕਰਨੇ ਆ। ਫਿਰ ਮੁੜ ਕੇ ਧਿਆਨ ਨਾਲ ਦੇਖਿਆ ਕਿ ਭਾਈ ਇਹ ਤਾਂ MLA ਡਾਕਟਰ ਰਵਜੋਤ ਨੇ। ਮੈਂ ਇਹ ਗੱਲ ਤਾਂ ਮੈਂਸ਼ਨ ਕਰ ਰਿਹਾ ਕਿਉਂਕਿ ਉਹ ਇੱਕ ਸਮਾਂ ਹੁੰਦਾ, ਜਿਹੜੀਆਂ ਤੁਸੀਂ ਖਬਰਾਂ ਦੇਖਦੇ ਹੋ ਨਾ, ਵੀਡੀਓਜ਼ ਦੇਖਦੇ ਹੋ ਸੋਸ਼ਲ ਮੀਡੀਆ ਤੇ, TV ਤੇ, ਉਹਦੇ ਵਿੱਚ ਇਹਦਾ ਗੱਡੀ ਆਉਂਦੀ ਹੁੰਦੀ ਵਿਧਾਨ ਸਭਾ ਦੇ ਬਾਹਰ, ਲੀਡਰ ਚਾਹੇ ਸੱਤਾਧਾਰੀ ਧਿਰ ਦੇ ਆ ਚਾਹੇ ਵਿਰੋਧੀ ਧਿਰ ਦੇ ਆ, ਉਤਰਦੇ ਆ। ਉਹਨਾਂ ਨੂੰ ਪਤਾ ਹੁੰਦਾ ਕਿ 100 ਪੱਤਰਕਾਰ ਮੂਹਰੇ ਖੜਾ, ਵੀਡੀਓ ਬਣ ਰਹੀਆਂ ਨੇ, ਉਹ ਸਿੱਧੇ ਪਹਿਲਾਂ ਪੱਤਰਕਾਰਾਂ ਨਾਲ ਲਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਵਿਧਾਨ ਸਭਾ ਦੀ ਵਿੱਚ ਤਾਂ ਪਤਾ ਨਹੀਂ ਸਵਾਲ ਰੱਖਣ ਦਾ ਮੌਕਾ ਮਿਲਣਾ ਕਿ ਨਹੀਂ ਮਿਲਣਾ, ਇੱਥੇ ਆਪਾਂ ਲੋਕਾਂ 'ਚ ਛਾ ਜਾਈਏ। ਇੱਦਾਂ ਹੀ ਵਿਧਾਨ ਸਭਾ ਦੀ ਕਾਰਵਾਈ ਮੁੱਕਣ ਤੋਂ ਬਾਅਦ ਵੀ ਹੁੰਦਾ। ਪਰ ਮੈਂ ਹੈਰਾਨ ਸੀ ਕਿ ਭਾਈ MLA ਸਾਹਿਬ ਪੱਤਰਕਾਰਾਂ ਦੇ ਕੋਲ ਖੜਨ ਦੀ ਜਗ੍ਹਾ ਵਿਧਾਨ ਸਭਾ ਦੇ ਵਿੱਚ ਅੱਧਾ ਘੰਟਾ ਪਹਿਲਾਂ ਜਾ ਕੇ ਕਿਉਂ ਬੈਠੇ ਆ ਨਾ? ਬਾਹਰ ਪੱਤਰਕਾਰਾਂ ਨਾਲ ਗੱਲਬਾਤ ਹੋਵੇ, ਵਿਰੋਧੀਆਂ ਤੇ ਦੋਸ਼ ਲਾਉਣ, ਸਰਕਾਰ ਦੀ ਕਹਿਣ ਕਿ ਕੰਮ ਬੜਾ ਵਧੀਆ, ਕਹਿੰਦੇ ਕਿ ਪੱਟਾਂ ਤੇ ਥਾਪੀਆਂ ਮਾਰਨ। ਡਾਕਟਰ ਸਾਹਿਬ ਕੀ ਗੱਲ, ਜਾਣੀ ਤੁਸੀਂ ਸਿਆਸਤਦਾਨ ਹੋ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਤੁਸੀਂ ਡਾਕਟਰ ਨਹੀਂ ਹੈਗੇ, ਤੁਸੀਂ ਪੋਲੀਟੀਸ਼ੀਅਨ ਹੋ, ਤੁਸੀਂ ਵਿਧਾਨ ਸਭਾ 'ਚ ਅੰਦਰ ਕੀ ਕਰਦੇ ਸੀ, ਬਾਹਰ ਪੱਤਰਕਾਰਾਂ ਕੋਲ ਕਿਉਂ ਨਹੀਂ ਸੀ? ਨਹੀਂ, ਉਸ ਦਿਨ ਬੜੀ ਇੰਪੋਰਟੈਂਟ ਡਿਸਕਸ਼ਨ ਹੋਣੀ ਸੀ। 2-3 ਮੁੱਦੇ ਸਾਨੂੰ ਦੱਸੇ ਗਏ ਆਫਿਸ ਵੱਲੋਂ। ਠੀਕ ਹੈ। ਕੀਤਾ ਜਿਹੜਾ ਅਸੀਂ ਸਕਾਲਰਸ਼ਿਪ ਦਾ ਮੁੱਦਾ ਸੀਗਾ, ਤੇ ਉਹ ਤੇ ਅਸੀਂ ਸਮਾਂ ਲਿਆ ਸੀ ਆਪਾਂ ਮੁੱਦਾ ਚੱਕਣਾ, ਕਿਉਂਕਿ ਬੜਾ ਦਿੱਕਤ ਆ ਸਾਡੇ ਐਸਸੀ ਭਾਈਚਾਰੇ ਦੀ, ਜਿਹੜੇ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਹੀ ਸੀ। ਤੇ ਉਹਨੇ ਸਰਟੀਫਿਕੇਟ ਦੀ ਅੱਗੇ ਡਿਲੀਵਰ ਹੁੰਦੇ, ਸਰਟੀਫਿਕੇਟ ਡਿਲੀਵਰ ਨਹੀਂ ਹੋਊਗੀ, ਅੱਗੇ ਦਾਖਲਾ ਨਹੀਂ ਲੈ ਸਕਦੇ ਤੇ ਨੌਕਰੀ ਨਹੀਂ ਲੈ ਸਕਦੇ। ਉਹਦੇ ਵਾਸਤੇ ਅਸੀਂ ਬੋਲਣਾ ਸੀ ਤੇ ਮੈਂ ਕਿਹਾ ਜ਼ਰੂਰ ਆਪਾਂ ਥੋੜਾ ਵਰਕਅਪ ਕਰ ਲਈਏ। ਦੈਟ ਵਾਸ ਦਾ ਰੀਜ਼ਨ। ਜਦੋਂ ਤੁਸੀਂ ਵਿਧਾਨ ਸਭਾ ਜਾਣੇ, ਕੋਈ ਕਾਗਜ਼ ਕੋਲ ਹੁੰਦਾ ਕਿ ਪਤਾ ਹੀ ਹੁੰਦਾ? ਨਹੀਂ, ਕਾਗਜ਼ ਤਾਂ ਹੁੰਦੇ ਹੀ, ਬਾਕੀ ਉੱਥੇ ਪ੍ਰੋਵਾਈਡ ਕਰ ਦਿੰਦੇ, ਸਾਰਾ ਔਨ ਦੀ ਟੇਬਲ ਹੀ ਪਿਆ ਹੁੰਦਾ ਸਾਡੇ। ਤੇ ਮੈਂ ਸਮਝਦਾ ਕਿ ਜਿਸ ਪਰਪਸ ਲਈ ਤੁਸੀਂ ਚੁਣੇ ਗਏ ਹੋ ਜੀ, ਲੋਕਾਂ ਦੀ ਆਵਾਜ਼ ਬਣ ਕੇ ਤੁਸੀਂ ਉੱਥੇ ਪਹੁੰਚੋ, ਲੋਕਾਂ ਨੇ ਤੁਹਾਨੂੰ ਚੁਣਿਆ, ਲੋਕਾਂ ਨੇ ਕਿਹਾ ਕਿ ਤੁਸੀਂ ਸਾਡੀ ਆਵਾਜ਼ ਬਣੋ, ਸਾਡੀ ਆਵਾਜ਼ ਬੁਲੰਦ ਕਰੋ ਤੁਸੀਂ। ਤੇ ਮੈਂ ਕਹਿੰਦਾ ਉਸ 'ਤੇ ਜਿੰਨਾ ਕੁ ਹੋ ਸਕਦਾ ਸਾਨੂੰ ਆਪਾਂ ਉਸ ਮੈਕਸਿਮਮ ਐਫਰਟ ਲਾਣੇ ਚਾਹੀਦੇ, ਦੇਣਾ ਚਾਹੀਦਾ। ਡਾਕਟਰ ਸਾਹਿਬ ਦੇਖੋ ਗੱਲ ਇਹ ਹੈ, ਟੀਕਾ ਤੁਸੀਂ ਸਿਆਸੀ ਤੌਰ ਤੇ ਗਲਤ ਲਾਈ ਜਾਂਦੇ ਹੋ, ਮੈਂ ਤੁਹਾਨੂੰ
ਵੋਟਾਂ ਬਾਹਰੋਂ ਮਿਲ ਜਾਂਦੀਆਂ ਆ ਜੀ। ਵੋਟਾਂ ਵਿਧਾਨ ਸਭਾ ਦੇ ਬਾਹਰੋਂ ਕੰਮ ਹੋ ਜਾਂਦਾ। ਪੱਤਰਕਾਰਾਂ ਦੇ ਮੂਹਰੇ ਜਾ ਕੇ ਜੇ ਗੱਲਬਾਤ ਕਰੋ, ਲੋਕਾਂ 'ਚ ਬੜੀ ਚਰਚਾ ਚੱਲਦੀ ਆ ਕਿ ਆਹ ਬੰਦਾ ਗੜਕ ਕੇ ਬੋਲਿਆ। ਅੰਦਰ ਤੁਹਾਨੂੰ 1 ਮਿੰਟ ਮਿਲ ਜੂ, 1.5 ਮਿਲ ਜੂ, 2 ਮਿੰਟ ਮਿਲ ਜਾਣਗੇ, ਬਾਹਰ ਚਾਹੇ 15 ਮਿੰਟ ਬੋਲੋ। ਨਹੀਂ, ਚਲੋ ਸਾਡਾ ਸੋਚ, ਸਾਡਾ ਕੰਮ ਕਰਨ ਤਰੀਕਾ ਅਲੱਗ ਹੈ। ਚਲੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਉਹ ਵੀ ਉਹਨਾਂ ਦਾ ਤਰੀਕਾ ਹੋਣਾ, ਸਾਡਾ ਤਰੀਕਾ ਇਹ ਹੈ ਜੀ। ਨਹੀਂ, ਮੈਂ ਇਹ ਨਹੀਂ ਚਾਹੁੰਦਾ ਕਿ ਤੁਹਾਡੇ ਬੰਦੇ ਹੀ ਤੁਹਾਡੇ ਤੋਂ ਗੁੱਸੇ ਹੋ ਜਾਣਗੇ, ਭਾਈ ਬਾਹਰ ਬੋਲਦੇ, ਉਹਨਾਂ ਦਾ ਕੰਮ ਹੈ। ਨਹੀਂ ਨਹੀਂ, ਪਰ ਫਿਰ ਵੀ ਤੁਸੀਂ ਇਕੱਲੇ ਸੀ, ਠੀਕ ਹੈ, ਚੰਗਾ ਲੱਗਿਆ ਜੀ। ਅੱਛਾ ਡਾਕਟਰ ਸਾਹਿਬ, ਉਦੋਂ ਫਿਰ ਬੋਲੇ? ਜੀ ਹਾਂਜੀ ਹਾਂਜੀ। ਕੀ ਕਿਹਾ ਉਦੋਂ ਫਿਰ? ਉਹਦੇ ਵਿੱਚ ਤਕਰੀਬਨ 4 ਲੱਖ ਬੱਚਾ ਜਿਹੜਾ ਐਸਸੀ ਸੀਗਾ ਸਾਡਾ ਪੂਰੇ ਪੰਜਾਬ ਵਿੱਚ ਪ੍ਰਭਾਵਿਤ ਸੀਗਾ ਜੀ। ਤੇ ਕਾਫੀ ਸਾਲਾਂ ਤੋਂ, ਮਤਲਬ 5 ਸਾਲ ਜਾਂ 6 ਸਾਲ ਤੋਂ ਕੀ ਕਹਿੰਦੇ ਸਕਾਲਰਸ਼ਿਪ ਦੇ ਪੈਸੇ ਸੀਗੇ ਉਹ ਪੈਂਡਿੰਗ ਸੀਗੇ ਤਕਰੀਬਨ, ਠੀਕ। ਤੇ ਉਹ ਕਾਲਜ ਨੂੰ ਨਹੀਂ ਦਿੱਤੇ ਗਏ। ਮਾਨ ਸਾਹਿਬ ਨੇ ਜਦੋਂ ਸਾਡੀ ਸਰਕਾਰ ਬਣੀ ਸੀ ਤਕਰੀਬਨ 8 ਜਾਂ 9 ਅਗਸਤ ਨੂੰ ਮੀਟਿੰਗ ਹੋਈ ਸੀ, ਕੈਬਨਿਟ ਮੀਟਿੰਗ। ਮਾਨ ਸਾਹਿਬ ਨੇ ਨੋਟਿਸ ਕੱਢਤੇ ਸੀ, ਨੋਟੀਫਿਕੇਸ਼ਨ ਕਰਤੀ ਸੀਗੀ। ਜਿਹੜਾ ਮਸਲਾ ਸੀਗਾ ਐਸਸੀ ਸਕਾਲਰਸ਼ਿਪ ਦਾ, ਦੈਟ ਵਾਜ਼ ਬਿਟਵੀਨ ਗਵਰਨਮੈਂਟ ਐਂਡ ਇੰਸਟੀਟਿਊਸ਼ਨ। ਉਹਦੇ ਵਿੱਚ ਬੱਚਿਆਂ ਦਾ ਕੋਈ ਰੋਲ ਨਹੀਂ ਹੈਗਾ। ਤੇ ਉਹਨੂੰ ਹਦਾਇਤਾਂ ਦੇ ਦਿੱਤੀਆਂ ਸੀ ਕਿ ਤੁਸੀਂ ਇਹਨਾਂ ਦੇ ਸਰਟੀਫਿਕੇਟ ਜੋ ਦਸਤਾਵੇਜ਼ ਹੈਗੇ ਇਹਨਾਂ ਨੂੰ ਹੈਂਡ ਓਵਰ ਕਰੋ ਤਾਂ ਕਿ ਅੱਗੇ ਪੜ੍ਹਾਈ ਕਰਨ, ਨੌਕਰੀ ਲੱਗਣ। ਤੇ ਉਹਦੇ ਵਿੱਚ ਸਟਿਲ ਥੋੜੀ ਕਿਤੇ ਨਾ ਕਿਤੇ ਦਿੱਕਤ ਆ ਰਹੀ ਸੀ, ਇਸ ਕਰਕੇ ਸਾਨੂੰ ਕੀ ਕਹਿੰਦੇ ਉਹ ਮੁੱਦਾ ਉਹ ਅਰਾਈਜ਼ ਕਰਨਾ ਜੀ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਦੱਸੋ, ਤੁਹਾਨੂੰ 3 ਟਿਕਟਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਜੀ 2017 ਚ ਸ਼ਾਮ 84 ਤੋਂ। ਜੀ ਜੀ। 4000 ਵੋਟਾਂ ਨਾਲ ਤੁਸੀਂ ਹਾਰੇ। ਹਾਂਜੀ। ਫਿਰ ਤੁਸੀਂ 2019 ਚ ਲੋਕ ਸਭਾ ਇਲੈਕਸ਼ਨ ਲੜੀ, ਫਿਰ ਤੁਸੀਂ ਹਾਰ ਗਏ। ਤੀਸਰੀ ਵਾਰੀ ਹੁਣ ਸ਼ਾਮ 84 ਤੋਂ ਟਿਕਟ ਮਿਲੀ, ਤੁਸੀਂ ਜਿੱਤ ਗਏ। ਜੀ ਜੀ। ਵਿਰੋਧੀ ਧਿਰਾਂ ਕਹਿੰਦੀਆਂ ਕਿ ਆਮ ਆਦਮੀ ਪਾਰਟੀ ਟਿਕਟਾਂ ਪੈਸੇ ਦੇ ਕੇ ਮਿਲਦੀਆਂ। 3 ਟਿਕਟਾਂ ਦੇ ਕਿੰਨੇ ਪੈਸੇ ਦਿੱਤੇ? ਉਹ ਤਾਂ ਜੀ ਬੈਂਕ ਬੈਲੈਂਸ ਸਾਡੇ ਖਾਲੀ ਹੋਏ, ਮਾਈਨਸ ਹੀ ਗਏ ਆ, ਦੇਰੇ ਉੱਥੇ ਕੀ ਹੈਗੇ। ਤੇ ਦੇਖੋ, ਨਹੀਂ ਪੈਸੇ ਦੇ ਕੇ ਖਾਲੀ ਹੋਏ ਹੋ? ਨਹੀਂ ਨਹੀਂ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਜੀ। ਜੇ ਅੱਜ ਦੀ ਤਰੀਕ 'ਚ ਦੁਨੀਆ 'ਚ ਕਿਤੇ ਇਮਾਨਦਾਰ ਪਾਰਟੀ ਹੈਗੀ ਆ, ਜੇ ਕਿਸੇ ਵਰਕਰ ਦੀ ਕਦਰ ਹੈਗੀ ਆ ਜਾਂ ਕਿਸੇ ਮਿਹਨਤੀ ਬੰਦੇ ਦੀ ਕਦਰ ਹੈਗੀ, ਤਾਂ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ 'ਚ ਹੀ ਆ। 17 'ਚ ਇਲੈਕਸ਼ਨ ਲੜੀ, ਮਾਹੌਲ ਕਾਫੀ ਵੱਡਾ ਸੀ, ਵਧੀਆ ਸੀਗਾ, ਪਰ ਫਿਰ ਵੀ ਅਸੀਂ ਮਤਲਬ ਕਿ ਨਹੀਂ ਸਰਕਾਰ ਬਣਾ ਸਕੇ। 19 'ਚ ਇਹੋ ਜਿਹਾ ਟਾਈਮ ਸੀ, ਦੈਟ ਵਾਜ਼ ਦੀ ਬਾਟਮ ਆਫ ਦਾ ਪਾਰਟੀ, ਮਤਲਬ ਥੱਲਾ ਲੱਗਿਆ ਸੀ ਪਾਰਟੀ। ਸਾਡੇ ਨਾਲ ਕੋਈ ਬੰਦਾ ਤੁਰਨ ਨੂੰ ਤਿਆਰ ਨਹੀਂ ਸੀਗਾ। ਮਤਲਬ ਸਾਨੂੰ ਤਾਂ ਤਕਰੀਬਨ 5-6 ਮਹੀਨੇ ਪਹਿਲਾਂ ਹੀ ਕੋਰ ਕਮੇਟੀ ਵੱਲੋਂ, ਮਾਨ ਸਾਹਿਬ ਵੱਲੋਂ ਹੁਕਮ ਹੋਇਆ ਕਿ ਤੁਸੀਂ ਹੁਸ਼ਿਆਰਪੁਰ ਨੂੰ ਰਿਪਰੈਜ਼ੈਂਟ ਕਰੋ। ਮੈਂ ਕਿਹਾ ਕੋਈ ਗੱਲ ਨਹੀਂ, ਜੋ ਸਾਡੇ ਲੱਗੇ। ਬਦਲ ਗਏ, ਉਹ ਇਹੋ ਜਿਹਾ ਸਮਾਂ ਸੀ ਜੇ ਤੁਸੀਂ ਟਿਕਟ ਦਓਗੇ ਵੀ ਉਹਨੇ ਮਨਾ ਕਰ ਦੇਣਾ ਸੀਗਾ, ਕਿਉਂਕਿ ਮਾਹੌਲ ਇੱਦਾਂ ਦਾ ਸੀ। ਖਹਿਰਾ ਸਾਹਿਬ ਚੱਲ ਗਏ ਸੀ ਉੱਧਰ, ਮਤਲਬ ਬਹੁਤ ਡਿਵੀਜ਼ਨ ਹੋ ਚੁੱਕੀ ਹੈ, ਕਾਫੀ ਹਾਲ ਸੀ। ਪਰ ਫਿਰ ਵੀ ਅਸੀਂ ਆਪਣੀ ਸੋਚ ਨੂੰ, ਆਪਣੀ ਪਾਰਟੀ ਨੂੰ, ਮਾਨ ਸਾਹਿਬ, ਕੇਜਰੀਵਾਲ ਸਾਹਿਬ ਨੂੰ ਆਪਾਂ ਸਟਿਕ ਕੀਤਾ। ਮੈਂ ਕਿਹਾ ਚਲੋ ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ, ਮਾੜਾ ਸਮਾਂ ਤਾਂ ਅਸੀਂ ਨਹੀਂ, ਇਸ ਵੇਲੇ ਨਹੀਂ ਅਸੀਂ ਪਾਰਟੀ ਨਾਲ ਖੜੇ, ਤਾਂ ਕਦੋਂ ਖੜਨਾ ਹੈ? ਚੰਗੇ ਵੇਲੇ ਤਾਂ ਸਾਰੇ ਖੜ ਜਾਂਦੇ ਆ, ਫਰਕ ਤਾਂ ਉਦੋਂ ਹੁੰਦੀ ਮਾੜੇ ਸਮੇਂ ਵੇਲੇ। ਉਦੋਂ ਫਿਰ ਅਸੀਂ ਹੱਸ ਕੇ ਆਪਾਂ ਕਿਹਾ ਠੀਕ ਹੈ ਸਰ, ਜੋ ਤੁਹਾਡਾ ਫੈਸਲਾ ਸੀ ਆਪਾਂ ਹੁਸ਼ਿਆਰਪੁਰ ਰਿਪਰੈਜ਼ੈਂਟ ਕਰਦੇ ਹਾਂ। ਤੇ ਲੱਗੇ ਰਹੇ, ਤੁਰੇ ਰਹੇ, ਤੇ ਅਖੀਰ 'ਚ ਮਿਹਨਤ ਦਾ ਫਲ ਤਾਂ ਮਿਲਦਾ ਹੀ ਮਿਲਦਾ। ਤੇ 22 'ਚ ਜੋ ਪੰਜਾਬ ਵਿੱਚ ਲੋਕਾਂ ਨੇ ਸਾਨੂੰ ਇੱਕ ਰਿਕਾਰਡ ਜਿਹੜਾ ਵਿਨ ਦਿੱਤੀ ਸਾਨੂੰ, ਸਲਾਮ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਸੋਚ ਨੂੰ, ਜਿਹੜਾ ਸਾਡੇ ਤੁਹਾਨੂੰ ਵਿਸ਼ਵਾਸ ਰੱਖਿਆ, ਫਤਵਾ ਇੰਨਾ ਭਾਰੀ ਦਿੱਤਾ ਸਾਨੂੰ। ਡਾਕਟਰ ਸਾਹਿਬ, ਲੋਕ ਵੀ ਚਾਹੁੰਦੇ ਆ ਕਿ ਉਹ ਤੁਹਾਨੂੰ 5 ਸਾਲ ਬਾਅਦ ਸਲਾਮ ਕਰਨ, ਵੀ ਕੰਮ ਕੁੰਮ ਕਰੋ। ਜੇ ਨਾ ਲੋਕ ਖੱਜਲ ਖੁੱਜਲ ਹੁੰਦੇ ਆ, ਮੰਨ ਲਓ ਆਪਾਂ ਸਰਕਾਰ ਨੂੰ ਛੱਡਦੇ ਆ, ਕਿਉਂਕਿ ਤੁਸੀਂ ਮੀਡੀਆ 'ਚ ਆਉਂਦੇ ਘੱਟ ਹੋ। ਮੈਂ ਚਾਹੁੰਦਾ ਸੀ ਕਿ ਅੱਜ ਇੰਟਰਵਿਊ ਹੋਵੇ, ਬਹੁਤ ਸਾਰੇ ਪ੍ਰਾਈਮ ਮਿਨਿਸਟਰ ਟੀਵੀ ਦੇ ਪਰਿਵਾਰ ਦੇ ਮੈਂਬਰ ਵੀ ਚਾਹੁੰਦੇ ਹੋਣਗੇ ਕਿ ਅੱਜ ਡਾਕਟਰ ਸਾਹਿਬ ਆਉਣ, ਦੋਸ਼ ਲਾ ਕੇ ਜਾਣ ਕਿ ਅਸੀਂ ਅੰਦਰ ਧੱਕ ਦਿਆਂਗੇ, ਅਸੀਂ ਆਹ ਕਰ ਦਿਆਂਗੇ, ਵਿਰੋਧੀਆਂ ਨੂੰ ਐਂ ਕਰ ਦਿਆਂਗੇ। ਪਰ ਤੁਸੀਂ ਚਲੋ ਤੁਹਾਡੀ ਮਰਜ਼ੀ ਭਾਈ, ਜਿੱਦਾਂ ਮਰਜ਼ੀ ਬੋਲੋ। ਮੈਨੂੰ ਇੱਕ ਚੀਜ਼ ਦੱਸਿਓ ਜੀ, ਤੁਹਾਡੇ ਨਾਲ ਤੁਹਾਡੇ ਹਲਕੇ ਦੇ ਕਿਸੇ ਵਿਅਕਤੀ ਵਿਸ਼ੇਸ਼ ਨੇ ਜੇ ਸੰਪਰਕ ਕਰਨਾ, ਤੁਸੀਂ ਵਿਧਾਨ ਸਭਾ 'ਚ ਬੈਠੇ ਫੋਨ ਨਹੀਂ ਚੱਕ ਸਕਦੇ, ਤੁਸੀਂ ਪਾਰਟੀ ਦੀ ਮੀਟਿੰਗ 'ਚ ਬੈਠੇ ਫੋਨ ਨਹੀਂ ਚੱਕ ਸਕਦੇ, ਤੁਸੀਂ ਕਿਸੇ ਸਰਕਾਰੀ ਮੀਟਿੰਗ 'ਚ ਬੈਠੇ ਫੋਨ ਨਹੀਂ ਚੱਕ ਸਕਦੇ। ਆਮ ਬੰਦੇ ਨੂੰ ਲੋੜ ਆ ਤੁਹਾਡੇ ਨਾਲ ਸੰਪਰਕ ਕਰਨ ਦਾ ਢੰਗ ਤਰੀਕਾ ਕੀ, ਹਲਕੇ 'ਚ ਕਿਵੇਂ ਵਿਚਰਦੇ ਹੋ? ਜੀ, ਸਾਡੇ 2 ਸਾਥੀ ਨੇ, ਸਿਮਰਨ ਜੀ ਤੇ ਪ੍ਰਦੀਪ ਸੈਣੀ ਜੀ। ਪ੍ਰਦੀਪ ਸੈਣੀ ਸਾਡੇ ਪੀਏ ਸਾਹਿਬ ਨੇ, ਤੇ ਸਿਮਰਨ ਜੀ ਸੈਕਟਰੀ। ਤੇ ਅਸੀਂ ਫੇਸਬੁੱਕ ਤੇ ਫਲੈਸ਼ ਕੀਤਾ ਕਿ ਜੇ ਮੈਂ ਕੰਟੈਕਟ ਨਹੀਂ ਹੋ ਸਕਦਾ, ਤੁਸੀਂ ਇਹਨਾਂ ਨਾਲ ਟਾਈ ਅਪ ਕਰ ਲਓ। ਤੇ ਉਸ ਤੋਂ ਅੱਗੇ ਵੀ ਅਸੀਂ ਆਪਣੇ ਜਿਹੜੇ ਸਾਡੇ ਬੰਦੇ ਨੇ, ਅਸੀਂ ਟੀਮ ਬਣਾਈ ਹੋਈ ਆਪਾਂ, ਠੀਕ ਹੈ, ਕਿਉਂਕਿ ਮੈਂ ਹਰ ਵੇਲੇ ਅਵੇਲੇਬਲ ਨਹੀਂ ਹੋਣਾ। ਜਿੱਦਾਂ ਅਸੀਂ ਹੁਣ ਆਪਾਂ ਬੈਠੇ, ਆਪਾਂ ਸਟੂਡੀਓ 'ਚ ਬੈਠੇ ਆ, ਤੇ ਹੁਣ ਵੀ ਸਾਡਾ ਫੋਨ ਵੱਜ ਰਿਹਾ ਹੋਣਾ, ਪਰ ਸਾਡੇ ਸੈਕਟਰੀ ਸਾਹਿਬ ਕੋ ਹੈਗਾ, ਤੇ ਉਹ ਜੇ ਉਹ ਸੁਣ ਲੈਂਦੇ, ਅਟੈਂਡ ਕਰ ਲੈਂਦੇ, ਉਹ ਫਿਰ ਅੱਗੇ ਗਾਈਡ ਕਰਦੇ। ਜੇ ਕੋਈ ਮਸਲਾ ਜਾਂ ਕੋਈ ਬਿਜਲੀ ਦਾ ਹੈਗਾ, ਕੋਈ ਪਾਣੀ ਦਾ ਹੈਗਾ, ਉਹ ਫਿਰ ਅੱਗੇ ਅਸੀਂ ਕੰਸਰਨ ਡਿਪਾਰਟਮੈਂਟ ਆਪਣੇ ਬੰਦਿਆਂ ਨੂੰ ਜਿਹੜੇ
ਟੀਮ ਬਣਾ ਕੇ ਦਿੱਤੀ ਹੋਈ, ਉਹਨਾਂ ਨੂੰ ਮੈਸੇਜ ਕਰ ਦਿੰਦੇ, ਫਾਰਵਰਡ ਕਰ ਦਿੰਦੇ, ਤੁਸੀਂ ਆਹ ਨੰਬਰ ਹੈਗਾ, ਤੁਸੀਂ ਇਹਨਾਂ ਟਾਈਪ ਕਰ ਲਓ। ਇਸ ਤਰ੍ਹਾਂ ਅਸੀਂ ਟੀਮ ਵਰਕ ਐਸੇ ਆਪਾਂ ਡਿਪਾਰਟਮੈਂਟਲ ਆਪਾਂ ਡਿਸਟਰੀਬਿਊਟ ਕੀਤੇ ਆਪਣੇ ਬੰਦਿਆਂ ਨੂੰ, ਤਾਂ ਕਿ ਮੇਰਾ ਬਰਡਨ ਵੀ ਘੱਟ ਜਾਊ। ਜਿਹੜੇ ਸਾਡੇ ਵਰਕਰ ਇੰਨੀ ਦੂਰ ਤੋਂ ਤੁਰੇ ਆ, ਉਹਨਾਂ ਨੂੰ ਵੀ ਮਾਣ ਹੁੰਦਾ ਕਿ ਮੈਨੂੰ ਸੇਵਾ ਲੱਗੀ ਹੋਈ ਆ ਪਾਰਟੀ ਵੱਲੋਂ, ਸਰਕਾਰ ਵੱਲੋਂ, ਲੋਕ ਵਾਸਤੇ। ਇਸ ਤਰ੍ਹਾਂ ਸਿਸਟਮ ਚੱਲਦਾ। ਸਕੈਨਿੰਗ ਕਰਨ ਨੂੰ ਬੰਦਾ ਕੋਈ ਰੱਖਿਆ, ਦਵਾਈ ਦੇਣ ਨੂੰ ਸਿਆਸੀ ਤੌਰ ਤੇ ਕੋਈ ਰੱਖਿਆ। ਚਲੋ ਡਾਕਟਰ ਸਾਹਿਬ, ਅੱਛਾ ਇੱਕ ਚੀਜ਼ ਸਮਝਾਇਓ ਹੋਰ ਜ਼ਰੂਰ। ਮੰਨ ਲਓ ਕਿ ਮੈਂ ਤੁਹਾਨੂੰ ਟੈਲੀਫੋਨ ਕੀਤਾ ਹੈ ਜੀ ਸਰ, ਟੈਲੀਫੋਨ ਕਰਕੇ ਰਜਿਸਟਰ ਤੇ ਨੋਟ ਕਰ ਲਿਆ, ਮੁੜ ਕੇ ਰਿਪਲਾਈ ਥੋੜ੍ਹਾ ਕਰਦੇ ਹੋਣੇ ਆ ਕੋਈ ਬੰਦਾ? ਨਹੀਂ ਚੱਲਦਾ ਸਿਸਟਮ ਸਾਡਾ। ਅੱਛਾ, ਚੱਲਦਾ ਸਿਸਟਮ, ਠੀਕ ਹੈ। ਜੇ ਉਹ ਕਹਿੰਦੇ ਕਿ ਜੇ ਲੱਗਦਾ ਕਿ ਸਾਡੀ ਟੀਮ ਤੋਂ ਕੰਮ ਹੋ ਜਾਂਦਾ, ਠੀਕ ਹੈ, ਉਹ ਦਿਨ ਦੇ ਉੱਥੋਂ ਹੋ ਜਾਂਦਾ। ਜੇ ਕਹਿਣਗੇ ਅਸੀਂ ਖੁਦ ਹੀ ਗੱਲ ਕਰਨੀ ਹੈ ਡਾਕਟਰ ਸਾਹਿਬ ਨੂੰ ਕਹਿ ਦਿਓ, ਉਹ ਫਿਰ ਕਹਿੰਦੇ ਅਸੀਂ ਕਾਲ ਬੈਕ ਕਰਾ ਦਾਂਗੇ ਆਪਾਂ। ਠੀਕ ਹੈ, ਫਿਰ ਤੁਸੀਂ ਕਰਦੇ ਹੋ ਜਾਂ ਰਿਵਰਟ ਹੈ ਨਾ ਕਰ ਦਿੰਦੇ ਜੀ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਜਾਨੀ ਉਹ ਜਿਹੜੀ ਟੀਮ ਹੈ ਤੁਹਾਡੀ ਜੀ, ਉਹਨੂੰ ਸਿੱਧੀਆਂ ਹਦਾਇਤਾਂ ਤਾਂ ਤੁਹਾਡੀਆਂ ਹੋਣੀਆਂ, ਫੇਸਬੁੱਕ ਤੇ ਨਹੀਂ ਪਾਈਆਂ, ਉਹਨੇ ਟੈਲੀਫੋਨ ਤਾਂ ਕੀਤਾ ਹੀ ਹੋਣਾ ਵੀ ਇਕੱਲਾ ਆਮ ਆਦਮੀ ਪਾਰਟੀ ਦੇ ਵਰਕਰ ਦਾ ਹੀ ਕੰਮ ਕਰਨਾ, ਹੋਰ ਕਿਸੇ ਦਾ ਨਹੀਂ ਕੰਮ ਕਰਨਾ ਜੀ। ਇਦਾਂ ਕਿਹਾ ਉਹਨਾਂ ਨੂੰ ਕਿ ਆਮ ਬੰਦੇ ਦਾ ਨਹੀਂ ਕੰਮ ਕਰਨਾ, ਨਾ ਅਕਾਲੀਆਂ ਦਾ, ਨਾ ਕਾਂਗਰਸੀਆਂ ਦਾ? ਅਸੀਂ ਹੁਣ ਐਮਐਲਏ ਬਣੇ ਆ ਜੀ, ਤੇ ਜਿਨ੍ਹਾਂ ਨੇ ਸਾਨੂੰ ਚੁਣਿਆ ਉਹਨਾਂ ਦੇ ਵੀ ਹੈ, ਜਿਨ੍ਹਾਂ ਨੇ ਨਹੀਂ ਚੁਣਿਆ ਅਸੀਂ ਉਹਨਾਂ ਦੇ ਵੀ ਹੈ। ਅਸੀਂ ਸਿਰਫ ਇਹੀ ਕਿਹਾ ਕਿ ਮਤਲਬ ਕਿ ਮੈਰਿਟ ਤੇ ਕੰਮ ਹੋਵੇ, ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ, ਚਾਹੇ ਉਹ ਸਾਡੀ ਪਾਰਟੀ ਦਾ ਚਾਹੇ ਵਿਰੋਧੀ ਪਾਰਟੀ ਦਾ ਹੈਗਾ। ਅਸੀਂ ਸਿਰਫ ਮੈਰਿਟ ਤੇ ਇਮਾਨਦਾਰੀ ਦੇਖਣੀ ਹੈਗੀ ਹੈ, ਇਹਦੇ ਵਿੱਚ ਸਟ੍ਰਿਕਟ ਇੰਸਟਰਕਸ਼ਨ ਹੈਗੀ ਹੈ। ਅਸੀਂ ਪਹਿਲਾਂ ਹੁੰਦੇ ਸੀਗੇ ਪੁਰਾਣੇ ਰਿਵਾਇਤੀ ਪਾਰਟੀ ਦੇ ਐਮਐਲਏ, ਤੁਸੀਂ ਕਿਹੜੇ ਪਿੰਡੋਂ ਆਏ ਹੋ, ਇੰਨੀਆਂ ਵੋਟਾਂ ਪਈਆਂ, ਰਜਿਸਟਰ ਕੱਢ ਕੇ ਰੱਖ ਲੈਂਦੇ ਸੀ ਮੋਹਰੇ ਕਿ ਤੁਹਾਡੇ ਪਿੰਡੋਂ ਵੋਟਾਂ ਹੀ ਸਾਨੂੰ ਘੱਟ ਪਈਆਂ, ਤੁਸੀਂ ਸਾਨੂੰ ਜਿਤਾਇਆ ਨਹੀਂ। ਅਸੀਂ ਇੱਦਾਂ ਕਦੇ ਨਹੀਂ ਪੁੱਛਿਆ, ਸਿਰਫ ਇਹੀ ਪੁੱਛਿਆ ਸ਼ਾਮ 4 ਅਸੀਂ ਹਲਕੇ ਤੋਂ ਆਏ, ਤੁਸੀਂ ਇਹ ਤੁਹਾਡਾ ਪਿੰਡ ਆ, ਕੀ ਕੰਮ ਆ ਦੱਸੋ, ਬਸ। ਕਦੇ ਨਹੀਂ ਪੁੱਛਿਆ ਮਤਲਬ ਕਿ ਕਿਹੜੀ ਪਾਰਟੀ ਨਾਲ ਸੀ, ਕੀ ਕਿੱਦਾਂ ਨਹੀਂ, ਉਹ ਸਾਡੀ ਡਿਟੇਲ 'ਚ ਨਹੀਂ ਜੀ। ਉਹਨਾਂ ਨੂੰ ਦੱਸਿਆ ਸਮਝਾਇਆ ਕਿ ਸਾਡਾ ਜਿਹੜੀ ਪ੍ਰਾਇਰਟੀ ਅਸੀਂ ਆਪਾਂ ਕੰਮ ਕਰਨਾ, ਦੈਟਸ ਆਲ। ਮੰਨ ਲਓ ਕੋਈ ਬੰਦਾ ਆ ਗਿਆ, ਉਹ ਕਹਿੰਦਾ ਜੀ ਮੈਨੂੰ ਥਾਣੇ ਕੰਮ ਆ, ਮੈਨੂੰ ਤਹਿਸੀਲਦਾਰ ਸਾਹਿਬ ਨਾਲ ਕੰਮ ਆ, ਡਾਕਟਰ ਸਾਹਿਬ ਫੋਨ ਕਰ ਦਿਓ। ਤੁਸੀਂ ਜਾਣੀ ਫੋਨ ਫੜ ਕੇ ਫਿਰ ਇਹ ਕਹਿੰਦੇ ਹੋਣੇ ਕਿ ਸਾਡਾ ਬੰਦਾ ਹੀ ਸਾਡੇ ਲਈ ਬੂਥ ਲਾਇਆ, ਕੰਮ ਚਾਹੇ ਗਲਤ ਹੈ ਚਾਹੇ ਸਹੀ ਹੈ, ਕਰਨਾ ਪੈਣਾ, ਇਦਾਂ ਕਹਿੰਦੇ ਹੋ? ਨਹੀਂ, ਹਮੇਸ਼ਾ ਹੀ ਤੁਸੀਂ ਆਫਿਸਰਸ ਨੂੰ ਸਾਡੇ ਪੁੱਛ ਸਕਦੇ ਹੋ, ਤੇ ਅਸੀਂ ਇਹੀ ਕੀਤਾ ਕਿ ਬੰਦਾ ਆ ਰਿਹਾ ਹੈਗਾ, ਮੈਰਿਟ ਤੇ ਕੰਮ ਹੋਵੇ, ਧੱਕਾ ਨਾ ਹੋਵੇ, ਇਨਸਾਫ ਦਿਓ ਬੱਚੇ, ਇਨਸਾਫ ਦਿਓ। ਜੀ ਜੀ, ਪੱਕੀ ਗੱਲ ਹੈ, ਸਹੀ ਗੱਲ, ਬਿਲਕੁਲ ਜੀ ਜੀ। ਅੱਛਾ ਡਾਕਟਰ ਸਾਹਿਬ, ਹੁਣ ਥੋੜਾ ਜਿਹਾ ਆਪਾਂ ਮੋੜ ਕੱਟਦੇ ਹਾਂ ਜੀ ਜੀ, ਕਿਉਂਕਿ ਸਾਨੂੰ ਨਹੀਂ ਵੀ ਸ਼ੁਕਰ ਹੋਇਆ ਕਿ ਕਿਸੇ ਪੜ੍ਹੇ ਲਿਖੇ ਸਿਆਸਤਦਾਨ ਨਾਲ ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ, ਵੈਸੇ ਸਾਰੇ ਹੀ ਸਾਡੇ ਸਤਿਕਾਰਯੋਗ ਨੇ, ਤਾਂ ਨਹੀਂ ਤਾਂ ਹੁਣ ਤੱਕ ਇੰਟਰਵਿਊ ਗਰਮ ਹੋ ਜਾਣੀ ਸੀ, ਹੁਣ ਤੱਕ ਚੱਕਿਆ ਜਾਣਾ ਸੀ ਕੰਮ ਤਾਂ ਜੀ। ਆਪਣੇ ਪੰਜਾਬ ਦੇ ਬੰਦੇ ਨੇ ਜੀ, ਘਬਰਾਉਣਾ ਨਹੀਂ ਹੈ, ਤੇ ਲੀਡਰ ਹੀ ਨੇ ਡਾਕਟਰ ਸਾਹਿਬ। ਮੈਨੂੰ ਇੱਕ ਵਾਰੀ ਫੇਰ ਦੱਸਿਓ ਕਿ ਤੁਸੀਂ MBBS ਕਰ ਲਈ, ਤੁਸੀਂ PGI ਤੱਕ, ਲੁਧਿਆਣੇ ਤੱਕ, ਪਟਿਆਲੇ ਤੱਕ, ਇੱਧਰ ਉੱਧਰ ਸਾਰੇ ਪਾਸਿਓਂ ਜੋ ਤੁਸੀਂ ਡਾਕਟਰ ਬਣ ਗਏ ਜੀ ਜੀ। ਜੇ ਤੁਹਾਨੂੰ ਸੇਵਾ ਦਾ ਇੰਨਾ ਹੀ ਸ਼ੌਕ ਸੀ ਕਿ ਲੋਕਾਂ ਦੀ ਸੇਵਾ ਕਰਨੀ ਹੈ, ਕੇਜਰੀਵਾਲ ਸਾਹਿਬ ਨੂੰ ਦੇਖ ਕੇ ਤੁਹਾਨੂੰ ਲੱਗਾ ਕਿ ਆਹ ਬੰਦਾ ਇਮਾਨਦਾਰ, ਲੋਕਾਂ ਦੀ ਸੇਵਾ ਕਰਨਾ ਚਾਹੁੰਦਾ, ਤੁਸੀਂ MLA ਬਣ ਕੇ ਸਰਕਾਰੀ ਡਾਕਟਰ ਬਣਦੇ, ਸਰਕਾਰੀ ਨੌਕਰੀ ਕਿਉਂ ਨਹੀਂ ਕੀਤੀ? ਉਹ ਚਾਹੇ ਮੇਰੇ ਲਈ ਤੁਸੀਂ ਕਹ ਲਓ ਚੰਗਾ ਸੀ ਜਾਂ ਮਾੜਾ ਸੀ, ਜੋ ਅਸੀਂ MD ਕੀਤੀ ਆਪਾਂ ਨਾ 2002 ਵਿੱਚ PG ਤੋਂ ਕਰਕੇ ਆਏ, ਉਦੋਂ ਚਾਹੇ ਤੁਸੀਂ ਫੋਰਚੂਨੇਟ ਕਹਿ ਲਓ ਚਾਹੇ ਅਨਫੋਰਚੂਨੇਟ ਕਹਿ ਲਓ, ਉਦੋਂ ਸਰਕਾਰੀ ਨੌਕਰੀ ਬੰਦ ਹੀ ਹੋ ਗਈਆਂ ਸੀਗੀਆਂ, ਤੇ ਮਜਬੂਰੀ ਸਾਨੂੰ ਫਿਰ ਉਹ ਪ੍ਰਾਈਵੇਟ ਪ੍ਰੈਕਟਿਸ ਕਰਨੀ ਪਈ। ਅੱਛਾ, ਉਦੋਂ ਸਰਕਾਰੀ ਡਾਕਟਰ ਨਹੀਂ ਸੀ ਰੱਖਦੇ? ਹਾਂ, ਨਹੀਂ, ਬੰਦ ਹੋ ਗਿਆ ਸੀ। ਸਾਡੇ ਪਹਿਲੇ ਬੈਚ ਵਾਲੇ ਐਡਜਸਟ ਹੋ ਗਏ, ਜਿਹੜੇ ਸਾਡੇ ਸੀਨੀਅਰ ਸੀ, ਇਮੀਡੀਏਟ ਸੀਨੀਅਰ, ਜੋ ਸਾਡੀ ਵਾਰੀ ਆਈ ਨੌਕਰੀ ਲੈਣ ਦੀ, ਉਦੋਂ ਨਹੀਂ ਕਹਿੰਦੇ, ਹੁਣ ਨਹੀਂ, ਹਜੇ ਨਹੀਂ। ਤਕਰੀਬਨ 3-4 ਸਾਲ ਬਾਅਦ ਹੀ ਮੇਰੇ ਖਿਆਲ ਜਦੋਂ ਸਰਕਾਰ ਦਾ ਟਰਮ ਖਤਮ ਹੋਣ ਲੱਗਾ ਸੀਗਾ, ਅਖੀਰਲੇ ਸਾਲ ਉਹਨੇ ਕੱਢਿਆ ਸੀ, ਪਰ ਉਦੋਂ ਤਾਂ ਕਾਫੀ ਲੇਟ ਹੋ ਗਏ ਸੀ, ਫਿਰ ਆਪਣੇ ਹੀ ਫਿਰ ਕੰਮ 'ਚ ਬਿਜ਼ੀ ਹੋ ਗਏ ਸੀ ਆਪਾਂ। ਠੀਕ ਹੈ ਜੀ, ਫਿਰ ਹਸਪਤਾਲ ਖੋਲ੍ਹ ਲਿਆ? ਹਾਂਜੀ ਹਾਂਜੀ। ਫਿਰ ਕਿੰਨੇ ਹਸਪਤਾਲ ਹੋ ਗਏ, ਜਾਣੀ ਜੇ ਤੁਸੀਂ ਮੈਨੂੰ ਲੱਗਦਾ ਜੇ 15-16 ਸਾਲ ਹੋ ਗਿਆ ਤੁਹਾਨੂੰ, ਜਾਣੀ 5-7 ਸ਼ਹਿਰਾਂ ਦੇ ਵਿੱਚ ਹਸਪਤਾਲ ਹੋ ਗਿਆਗਾ? ਨਹੀਂ ਜੀ, ਸ਼ੁਰੂ 'ਚ ਤਕਰੀਬਨ ਅਸੀਂ ਜੋ MBBS ਤੋਂ MD ਤੋਂ ਬਾਅਦ ਕੀਤੀ, ਤਕਰੀਬਨ ਸਾਨੂੰ 7-8 ਸਾਲ ਅਸੀਂ ਡਿਫਰੈਂਟ ਹਸਪੀਟਲਸ ਜਾ ਕੇ ਅਸੀਂ ਆਪਾਂ ਤੁਸੀਂ ਕੰਮ ਕਰਦੇ ਰਹੇ ਦੂਜੇ ਹਸਪੀਟਲ ਦੇ ਵਿੱਚ? ਹਾਂਜੀ ਹਾਂਜੀ, ਠੀਕ ਹੈ ਜੀ। ਇਹ ਪਹਿਲੇ ਦਿਨ ਤੋਂ ਨਹੀਂ ਖੋਲਿਆ, ਕਿਉਂਕਿ ਫੈਮਿਲੀ ਵੀ ਸਾਡੀ ਵੈਲ ਟੂ ਡੂ ਨਹੀਂ ਸੀ। ਡੈਡ ਹੁਣੀ ਬੈਂਕ ਸੀਗੇ, ਮੰਮੀ ਹੁਣੀ ਟੀਚਰ ਸੀਗੇ, ਤੇ ਆਈ ਵਾਸ ਦੀ ਐਲਡੈਸਟ, ਤੇ ਬਾਕੀ ਛੋਟੇ ਵੀ ਸੀ, ਉਹਨਾਂ ਨੂੰ ਵੀ ਦੇਖਣਾ ਸੀ, ਕੱਲਾ ਮੈਨੂੰ ਨਹੀਂ ਪੜ੍ਹਾਉਣਾ ਸੀਗਾ, ਉਹਨਾਂ ਨੂੰ ਵੀ ਐਜੂਕੇਟ ਕਰਨਾ ਸੀਗਾ। ਤੇ ਸ਼ੁਰੂ 'ਚ ਤਕਰੀਬਨ 7-8 ਸਾਲ ਅਸੀਂ ਡਿਫਰੈਂਟ ਹਸਪੀਟਲ ਜਾ ਕੇ ਐਜ਼ ਅ ਜੌਬ, ਐਜ਼ ਅ EMPLOYE ਕੰਮ ਕੀਤਾ। ਉਸ ਤੋਂ ਬਾਅਦ ਫਿਰ ਕੀ ਕਹਿੰਦੇ ਅਸੀਂ ਆਪਾਂ ਇੱਕ ਰੈਂਟ ਤੇ ਬਿਲਡਿੰਗ ਲਈ, ਫਿਰ ਉਸ ਤੋਂ ਬਾਅਦ ਪਰਚੇਜ਼ ਕਰਕੇ ਅਸੀਂ ਆਪਣਾ ਹਸਪੀਟਲ ਖੋਲ੍ਹਿਆ। ਇੱਕੋ ਹੀ ਹੁਸ਼ਿਆਰਪੁਰ 'ਚ ਹੀ ਹੈਗਾ ਸੀ। ਇੱਕੋ ਹੀ ਹੈ ਜੀ? ਯਾ ਓਨਲੀ ਵਨ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਦੱਸਿਓ, ਪਰਿਵਾਰ ਦੇ ਵਿੱਚੋਂ ਕੋਈ ਲੀਡਰ ਸੀਗਾ ਪਹਿਲਾਂ, ਜਾਣੀ ਜਿਹਨੇ ਤੁਹਾਨੂੰ ਟਿਕਟ ਦਵਾਈ? ਕਈ ਵਾਰੀ ਹੁੰਦਾ ਨਾ ਕਿ ਹੁਣ ਫਲਾਣੇ ਦੇ ਮੁੰਡੇ ਨੂੰ ਟਿਕਟ ਦੇ ਦਿਓ, ਭਤੀਜੇ ਨੂੰ ਟਿਕਟ ਦੇ ਦਿਓ, ਭਾਣਜੇ ਨੂੰ ਟਿਕਟ ਦੇ ਦਿਓ। ਜੀ ਜੀ। ਸੀਗਾ ਕੋਈ ਲੀਡਰ ਪਹਿਲਾਂ? ਨੋ ਵਨ। ਸਾਡੇ ਪਰਿਵਾਰ 'ਚੋਂ ਤਾਂ ਕਿਸੇ ਨੇ ਕੋਈ ਸਰਪੰਚੀ ਜਾਂ ਪੰਚੀ ਨਹੀਂ ਲੜੀ ਕੋਈ। ਠੀਕ ਹੈ ਜੀ। ਆਈ ਐਮ ਦਾ ਓਨਲੀ ਵਨ ਜਿਹੜੇ ਅਸੀਂ ਪੋਲੀਟਿਕਸ 'ਚ ਆਏ ਹੈਗੇ ਆ,
ਤੇ ਚਲੋ ਗੁਰੂ ਮਹਾਰਾਜ ਦੀ ਕਿਰਪਾ, ਚਲੋ ਲੋਕ ਸੇਵਾ ਤਾਂ ਚਲੋ ਪ੍ਰੋਫੈਸ਼ਨ 'ਚ ਵੀ ਹੁੰਦੀ ਸੀ। ਇਹਦੇ ਨਾਲ ਕਿ ਹੁਣ ਸਾਡਾ ਸਰਕਲ ਥੋੜਾ ਵਾਈਡ ਹੋ ਗਿਆ, ਵੱਡਾ ਏਰੀਆ ਜ਼ਿਆਦਾ ਹੋ ਗਿਆ ਜੀ। ਮੈਂ ਤੁਹਾਡੀ ਇੱਕ ਗੱਲ ਦੇ ਨਾਲ ਬਹੁਤਾ ਸਹਿਮਤ ਨਹੀਂ ਕਿ ਲੋਕ ਸੇਵਾ ਤਾਂ ਪ੍ਰੋਫੈਸ਼ਨ 'ਚ ਵੀ ਹੈ, ਕਿਉਂਕਿ ਦੇਖੋ ਮਾਫ ਕਰਨਾ ਗੱਲ ਇਹ ਆਈ ਕੈਨ ਅੰਡਰਸਟੈਂਡ ਕਿ ਆਮ ਤੌਰ ਦੇ ਉੱਤੇ ਨਾ ਪ੍ਰਾਈਵੇਟ ਹਸਪਤਾਲ 'ਚ ਛਿੱਲ ਲਾਉਂਦੇ ਅਗਲੇ, ਕੱਪੜੇ ਲਾ ਕੇ ਤੋਰਦੇ ਆ, ਯਾਨੀ ਕਿ ਕਈ ਵਾਰੀ ਰਿਪੋਰਟਾਂ ਆਉਂਦੀਆਂ ਹੁੰਦੀਆਂ ਕਿ ਭਾਈ ਡੈੱਡ ਬੋਡੀ ਵੀ ਫੇਰ ਦੇਣੀ ਆ, ਪਹਿਲਾਂ ਇੰਨੇ ਲੱਖ ਜਾਂ ਹਜ਼ਾਰ ਜਮ੍ਹਾਂ ਕਰਾ ਦਿਓ, ਜਾਣੀ ਆਮ ਲੋਕਾਂ ਦਾ ਪ੍ਰਭਾਵ ਹੈ। ਵੈਰੀ ਟਰੂ। ਡਾਕਟਰ ਰਵਜੋਤ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜਿੱਥੋਂ ਤੁਸੀਂ ਚੋਣਾਂ ਲੜਦੇ ਹੋ, ਲੋਕ ਸਭਾ ਚੋਣ ਵੀ ਲੜੀ, ਉੱਥੇ ਤੁਸੀਂ ਪ੍ਰਾਈਵੇਟ ਹਸਪਤਾਲ ਖੋਲ੍ਹਿਆ ਜੀ ਜੀ। 3 ਵਾਰੀ ਤੁਸੀਂ ਇਲੈਕਸ਼ਨ ਲੜੀ, ਇੱਕ ਵਾਰੀ 4000 ਨਾਲ ਹਰੇ, ਦੂਜੀ ਵਾਰੀ ਵੋਟਾਂ ਵਾਹਵਾ ਪਈਆਂ, ਤੀਜੀ ਵਾਰੀ ਜਿੱਤੀ ਗਏ ਜੀ। ਜਾਣੀ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਗੀ ਆ, ਜਾਣੀ ਕਿ ਲੋਕਾਂ ਤੋਂ ਤੁਸੀਂ ਪੈਸੇ ਵੀ ਲੈ ਲੈਂਦੇ ਹੋ ਪ੍ਰਾਈਵੇਟ ਹਸਪਤਾਲ ਦੇ ਵਿੱਚ, ਤੇ ਜਾਣੀ ਕਿੰਨਾ ਕੁ ਜਾਣੀ ਪੈਸੇ ਵੱਧ ਲੈਂਦੇ ਹੋ? ਮੰਨ ਲਓ ਤੁਹਾਡਾ 200 ਲਾਗਤ ਆਈ ਹੈ, 700-800 ਲੈ ਲੈਂਦੇ ਹੋ ਲੋਕਾਂ ਤੋਂ? ਬੜਾ ਅਸੀਂ ਸਾਫ ਸੁਥਰਾ ਕੰਮ ਕਰਦੇ, ਇਮਾਨਦਾਰ ਨੇ ਕੰਮ ਕਰੀਦਾ, ਜਿਹੜਾ ਜਿੰਨਾ ਕੁ ਜੋਗਾ ਹੈਗਾ ਮਤਲਬ ਉਸ ਹਿਸਾਬ ਨਾਲ ਇੱਦਾਂ ਕਰ ਲਈਦਾ, ਕੋਈ ਇੱਦਾਂ ਦਾ ਹਾਰਡ ਐਂਡ ਫਾਸਟ ਨਹੀਂ ਹੈਗਾ ਜੀ। ਤਕਰੀਬਨ ਤੁਸੀਂ ਕਹਿ ਲਓ ਕਿ ਚਲੋ ਐਜ਼ ਏ ਪੋਲੀਟਿਕਸ ਵੀ, ਪੋਲੀਟਿਕਸ ਤੋਂ ਪਹਿਲਾਂ ਵੀ, ਤੇ ਤਕਰੀਬਨ ਸਾਡਾ ਰੋਜ਼ ਦਾ ਕਹਿ ਸਕਦੇ 15-20 ਹਜ਼ਾਰ ਉਹਦੀ ਮਾਈਨਸ ਹੋ ਜਾਂਦਾ, ਲੈਸ ਕਰਦੇ ਲੈਸ ਕਰਦੇ। ਠੀਕ ਹੈ ਜੀ। ਅਸੀਂ ਕਿਸੇ ਨੂੰ ਮਨਾ ਵੀ ਨਹੀਂ ਕਰਦੇ, ਜਿੰਨਾ ਕਹਿੰਦਾ ਜਿੰਨੀ ਇੱਛਾ ਹੁੰਦੀ ਆਪਾਂ ਕਰ ਦਈਦਾ। ਡਾਕਟਰ ਸਾਹਿਬ ਚਲੋ ਤੁਸੀਂ ਡਾਕਟਰ ਹੋ, ਪੈਸੇ ਤੁਸੀਂ ਪਹਿਲਾਂ ਮਿਹਨਤ ਕੀਤੀ, ਪੈਸੇ ਖਰਚੇ ਨੇ ਤਾਂ ਪੈਸੇ ਬਣਨੇ ਵੀ ਚਾਹੀਦੇ, ਅਸੀਂ ਇਹ ਨਹੀਂ ਕਹਿੰਦੇ। ਮੰਨ ਲਓ ਇੱਕ ਬੰਦਾ ਆ ਗਿਆ, ਉਹ ਕਹਿੰਦਾ ਜੀ ਮੇਰੇ ਕੋਲ ਤਾਂ ਜਾਂ ਜਾਣ ਦਾ ਕਿਰਾਇਆ ਹੀ ਨਾ, ਮੇਰੇ ਕੋਲੇ ਦਵਾਈ ਖਰੀਦਣ ਨੂੰ ਪੈਸੇ ਹੈ, ਡਾਕਟਰ ਸਾਹਿਬ ਮੇਰੇ ਕੋਲ ਤਾਂ 200 ਰੁਪਈਆ, ਤੁਸੀਂ 300 ਲਾਉਣਾ, ਤਾਂ ਉਹਦਾ ਫਿਰ ਕੀ ਕਰੋਗੇ? ਭਜਾ ਦਿੰਦੇ ਹੋ ਦਬਕੇ ਕੇ ਮਾਰ ਕੇ? ਨਹੀਂ, ਅਸੀਂ ਉਹਨੂੰ ਫੀਸ ਵੀ ਮਾਫ ਕਰ ਦਿੱਤੀ ਤੇ ਮੈਡੀਸਿਨ ਵੀ, ਅਸੀਂ ਬਥੇਰੇ ਕੇਸਿਸ ਆਉਂਦੇ ਹੁੰਦੇ ਸਾਡੇ ਕੋਲ ਸਰ, ਕਿਉਂਕਿ ਲੋਕਾਂ ਨੂੰ ਪਤਾ ਹੀ ਆ ਕਿ ਇੱਥੇ ਹੈਲਪ ਹੋ ਜਾਣੀ ਹੈ ਜੀ, ਉਹ ਫਿਰ ਆ ਜਾਂਦੇ ਸਰ। ਠੀਕ ਹੈ, ਜਿੱਥੇ ਲੱਗਦਾ ਕਿ ਹੈਲਪ ਨਹੀਂ ਹੋਣੀ ਉੱਥੇ ਲੋਕ ਤਾਂ ਜਾਂਦੇ ਨਹੀਂ ਹੈਗੇ। ਬਿਲਕੁਲ ਠੀਕ ਹੈ। ਲੋਕਾਂ ਨੂੰ ਆਸ ਹੈਗੀ, ਉਮੀਦ ਨਾਲ ਆਉਂਦੇ, ਤੇ ਅਸੀਂ ਉਹਨਾਂ ਦੀ ਪੂਰੀ ਆਪਾਂ ਉਹਨਾਂ ਨੂੰ ਕਰੀਦਾ। ਅੱਛਾ ਡਾਕਟਰ ਸਾਹਿਬ, ਮੈਂ ਹੁਣ ਤੁਹਾਨੂੰ ਨਾ ਦੋਹਰਾ ਨੁਕਸਾਨ ਕਰਨ ਲੱਗਾ ਜੀ। ਇੱਕ ਤਾਂ ਦੇਖੋ ਸਿਆਸਤ ਦੇ ਵਿੱਚ ਪੈਸੇ ਖਰਚ ਹੁੰਦੇ ਆ ਜੀ, ਤੁਹਾਨੂੰ ਚਾਹੀਦੇ ਵੀ ਆ। ਜੇ ਮੈਂ ਕਹਾਂ ਕਿ ਤੁਸੀਂ ਡਾਕਟਰ ਹੋ, ਤੁਹਾਨੂੰ ਪਤਾ ਹੈ ਬਿਮਾਰ ਬੰਦਾ ਆ ਗਿਆ, ਤੁਸੀਂ ਇਲਾਜ ਕਰ ਦਿੰਦੇ ਹੋ ਜੀ। ਹੁਣ ਪੰਜਾਬ 'ਚ ਆਮ ਹੀ ਹੈ ਜੀ, ਮੈਨੂੰ ਬਲੱਡ ਪ੍ਰੈਸ਼ਰ ਹੈ ਜੀ, ਮੈਨੂੰ ਆਹ ਆਇਆ ਜੀ, ਮੈਂ ਜੇ ਪੰਜਾਬੀ ਜੀ ਪੇਂਡੂ ਭਾਸ਼ਾ ਕ ਮੇਰਾ ਯੂਰੀਆ ਵਧਿਆ ਹੈ ਜੀ, ਇੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨਾ, ਵੈਰੀ ਕਾਮਨ। ਕਿਉਂਕਿ ਹੁਣ ਸਮਾਂ ਇਹੋ ਜਿਹਾ ਹੋ ਗਿਆ, ਦੇਖ ਲਓ ਤੁਸੀਂ ਕਿ ਸਾਡੀ ਫਿਜ਼ੀਕਲ ਐਕਟੀਵਿਟੀ ਨਹੀਂ ਰਹੀ। ਜੇ ਕਿਤੇ ਅਸੀਂ ਜਾਣਾ ਵੀ ਤਾਂ ਵੀ ਗੱਡੀ 'ਚ, ਜਾਂ ਕਿਤੇ ਆਉਣਾ ਵੀ ਤਾਂ ਵੀ ਗੱਡੀ 'ਚ, ਜੇ ਕਿਤੇ ਤੀਜੀ ਚੌਥੀ ਫਲੋਰ 'ਤੇ ਜਾਣਾ ਤਾਂ ਵੀ ਲਿਫਟ 'ਚ ਅਸੀਂ ਜਾਈਦਾ ਆਪਾਂ। ਡਾਈਟ ਸਾਡੀ ਬੜੀ ਵੇਰੀਡ ਜੀ ਹੋ ਗਈ ਆ, ਯੰਗ ਫੂਡ ਬਹੁਤ ਆ ਗਿਆ ਆ, ਅਡਲਟਰੇਸ਼ਨ ਕਾਫੀ ਹੋ ਚੁੱਕੀ ਆ, ਐਂਡ ਦੇਰ ਇਜ਼ ਨੋ ਫਿਜ਼ੀਕਲ ਐਕਟੀਵਿਟੀ। ਉਹਦੇ ਨਾਲ ਫਿਰ ਅਸੀਂ ਬਿਮਾਰੀ ਦਾ ਘਰ ਬਣ ਜਾਂਦੇ ਹਾਂ। ਸ਼ੂਗਰ ਹੋ ਗਈ, BP ਹੋ ਗਈ, ਜਿਹੜਾ ਉੱਪਰੋਂ ਮਾਹੌਲ ਇੱਦਾਂ ਦਾ, ਵਾਤਾਵਰਨ ਇੱਦਾਂ ਦਾ ਆ, ਸਟਰੈਸ ਇੰਨਾ ਜ਼ਿਆਦਾ ਹੋ ਗਿਆ, ਇਹ ਸਾਰੇ ਫੈਕਟਰਸ ਮਤਲਬ ਕਿ ਜਿਹੜੀ ਸਾਡੀ ਲਾਈਫ ਐਕਸਪੈਕਟੈਂਸੀ ਹੈ, ਜਿਹੜੀ ਸਾਡੀ ਉਮਰ ਦੀ ਜਿਹੜੀ ਉਮਰ ਹੈ, ਹੱਦ ਹੈਗੀ, ਉਹਨੂੰ ਘਟਾ ਰਹੀ ਹੈਗੀ ਆ। ਡਾਕਟਰ ਸਾਹਿਬ ਕੀ ਕਰਨ ਸ਼ਾਮ 84 ਵਿਧਾਨ ਸਭਾ ਹਲਕੇ ਦੇ ਲੋਕ ਜਾਂ ਪੰਜਾਬ ਦੇ ਲੋਕ, ਉਹਨਾਂ ਨੂੰ ਇੱਕ ਡਾਕਟਰ ਦੇ ਕੋਲ ਜਾਣਾ ਹੀ ਨਾ ਪਵੇ, ਯਾਨੀ 2-4 ਚੀਜ਼ਾਂ, ਅਸੀਂ ਕੀ ਖਾਈਏ, ਅਸੀਂ ਜਾਨੀ ਫਿਜ਼ੀਕਲੀ ਐਕਟੀਵਿਟੀ ਤੁਸੀਂ ਕਿਹਾ ਘਟ ਗਈ, ਅਸੀਂ ਕੀ ਕਰ ਲਈਏ ਜਿਹੜਾ ਸਾਨੂੰ ਡਾਕਟਰ ਰਵਜੋਤ ਦਾ ਮੂੰਹ ਨਾ ਦੇਖਣਾ ਪਵੇ ਆ ਕੇ ਕਲੀਨਿਕ 'ਚ? ਸਹੀ ਗੱਲ ਹੈ। ਤੇ ਸਭ ਤੋਂ ਵੱਡੀ ਗੱਲ ਆ ਕਿ ਦੇਖੋ ਫਿਜ਼ੀਕਲ ਐਕਟੀਵਿਟੀ ਬੜੀ ਜ਼ਰੂਰੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਡੇਲੀ ਤੁਸੀਂ ਵਾਕ ਕਰੋ, ਐਕਸਰਸਾਈਜ਼ ਕਰੋ, ਜਿਮ ਕਰੋ ਜੀ। ਐਟਲੀਸਟ ਹਫਤੇ 4 ਜਾਂ 5 ਦਿਨ ਤੁਸੀਂ ਅੱਧਾ ਘੰਟਾ ਵਾਕ ਕਰ ਲਓ, ਦੈਟ ਇਜ਼ ਮੋਰ ਦੈਨ ਸਫੀਸ਼ੀਐਂਟ। ਠੀਕ ਹੈ, ਠੀਕ। ਦੂਜੀ ਗੱਲ ਆ ਕਿ ਤੁਸੀਂ ਆਪਣਾ weight ਆਪਣਾ ਸੀਮਤ ਰੱਖੋ, ਤੇ ਡਾਈਟ ਕੰਟਰੋਲ 'ਚ ਚਾਹੀਦੀ ਪੂਰੀ। ਹੁਣ ਅਸੀਂ 45-46 ਦੇ ਹੋ ਚੱਲੇ ਆਪਾਂ, ਜੇ ਹੁਣ ਇਸ ਉਮਰ 'ਚ ਵੀ ਮੈਂ ਘਿਓ ਖਾਈ ਜਾਊਂਗਾ, ਘਿਓ ਨੂੰ ਵਰਤਣਾ ਤਾਂ ਹੈ ਨਹੀਂ ਕਿਤੇ, ਮੈਂ ਨਾ ਹੀ ਕੋਈ ਵਰਜਿਸ਼ ਕਰਨੀ ਹੈ, ਨਾ ਹੀ ਕੁਸ਼ਤੀ ਲੜਨੀ ਆ। ਰੱਖੋ ਹੀ ਡਾਈਟ ਉਸ ਹਿਸਾਬ ਨਾਲ ਕਿ ਮਤਲਬ ਕਿ ਤੁਹਾਡਾ weight ਗੇਨ ਨਾ ਹੋਵੇ। ਸਭ ਤੋਂ ਵੱਡੀ ਜਿਹੜਾ ਰੂਟ ਕੋਜ਼ ਹੈਗਾ ਹੈ ਬਿਮਾਰੀਆਂ ਦਾ, ਚਾਹੇ BP ਦਾ, ਚਾਹੇ ਸ਼ੂਗਰ ਦਾ, ਦੈਟ ਇਜ਼ weight gain। ਠੀਕ ਹੈ, ਜੇ ਬੰਦੇ ਦਾ weight ਠੀਕ ਹੈਗਾ, BP ਸ਼ੂਗਰ ਕੰਟਰੋਲ 'ਚ ਰਹਿਣਗੇ। ਜੇ weight ਵਧਣਾ ਸ਼ੁਰੂ ਹੋ ਗਿਆ ਤਾਂ ਫਿਰ ਉਹ ਤੁਹਾਡੇ ਆਪਣੇ ਵੀ ਬਿਮਾਰੀਆਂ ਲੱਗਣਗੀਆਂ। weight ਕੰਟਰੋਲ ਕਰਨ ਲਈ ਜਿੱਦਾਂ ਮੈਂ ਦੱਸਿਆ ਪਹਿਲਾਂ, ਵਾਕ ਬਹੁਤ ਜ਼ਰੂਰੀ ਹੈ, ਸੈਰ ਕਰ ਲੈਣ, ਦੈਟ ਇਜ਼ ਸਫੀਸ਼ੀਐਂਟ। ਤੇ ਡਾਈਟ ਕੰਟਰੋਲ ਰੱਖਣ, ਅਨਨੈਸੈਸਰੀ ਜਿਹੜਾ ਆਇਲੀ ਫੂਡ ਕੇ ਬਟਰ ਉਹ ਨਾ ਯੂਜ਼ ਕਰਨ। ਫੁਲਕਾ ਵੀ ਅਸੀਂ ਕਹੀਦਾ ਕਿ 40-45 ਸਾਲ ਦੀ ਉਮਰ ਤੋਂ ਬਾਅਦ ਤੁਸੀਂ ਸੁੱਕਾ ਯੂਜ਼ ਕਰੋ ਜੀ। ਐਂਡ ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਮਿੱਠਾ ਘਟਾਓ। ਅੱਛਾ, ਮਿੱਠਾ ਘਟਾਈਏ? ਜੀ ਜੀ, ਮਿੱਠਾ ਜਿੰਨਾ ਘਟਾ ਸਕੋਗੇ ਉਨਾ ਹੀ ਵਧੀਆ ਰਹੂਗਾ, ਕਿਉਂਕਿ ਜਿੰਨੀ ਕੁ ਲੋੜ ਹੈਗੀ ਉਹਨਾਂ ਅਸੀਂ ਆਪਾਂ ਜਾਂ ਫਿੱਕਾ ਦੁੱਧ ਵੀ ਲੈ ਲਈ, ਉਹ 'ਚ ਵੀ ਪੂਰਾ ਹੋ ਜਾਣਾ, ਫਰੂਟਸ ਲੈ ਲਈ, ਉਹ 'ਚ ਵੀ ਪੂਰਾ ਹੋ ਜਾਣਾ ਆ। ਅਤੇ ਜੇ ਅਸੀਂ ਐਕਸਟਰਾ ਮਿੱਠਾ ਲਵਾਂਗੇ, ਜਿੰਨਾ ਕੁ ਮਿੱਠਾ ਬੋਡੀ ਨੂੰ ਯੂਜ਼ ਹੁੰਦਾ ਉਹ ਤਾਂ ਠੀਕ ਆ,
ਜੇ ਉਸ ਤੋਂ ਬਾਅਦ ਲਵਾਂਗੇ ਆਪਾਂ ਜਿਹੜਾ ਮਿੱਠਾ ਉਹੀ ਹੈਗਾ ਦੈਟ ਵਿਲ ਕਨਵਰਟਡ ਟੂ ਫੈਟ। ਉਹ ਐਜ਼ ਅ ਫੈਟ ਸਟੋਰ ਹੋਊਗਾ, ਨਾ ਕਿ ਐਜ਼ ਅ ਕਾਰਬੋਹਾਈਡਰੇਟ ਸਟੋਰ ਹੋਊਗਾ। ਉਹ ਫਿਰ ਫੈਟ ਬਣੂਗਾ ਤੇ ਫਿਰ ਆਪਣੇ ਵੇਟ ਗੇਨ ਹੋਊਗਾ, ਫਿਰ ਆਪਣੇ ਵੀ ਦਿੱਕਤ ਸਰਕਲ ਸਾਡਾ ਹੋਈ ਸ਼ੁਰੂ ਹੋ ਜਾਣਾ। ਠੀਕ ਹੈ ਜੀ। ਤੇ ਐਕਟੀਵਿਟੀ, ਫਿਜ਼ੀਕਲ ਐਕਟੀਵਿਟੀ ਦਾ ਵੇਟ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਤੇ ਬਾਕੀ ਤਾਂ ਦਿਮਾਗ ਨੂੰ ਜਿਹੜਾ ਸਟ੍ਰੈਸ ਹੈਗਾ ਜੀ, ਤੇ ਮੈਂ ਕਹਿੰਦਾ ਜੇ ਤੁਸੀਂ ਵਾਕ ਕਰਨੀ ਸ਼ੁਰੂ ਕਰ ਦਿਓ ਉਹ ਵੀ ਕਾਫੀ ਕੀ ਕਹਿੰਦੇ ਤੁਹਾਡਾ ਸਟ੍ਰੈਸ ਰਿਲੀਵ ਕਰ ਦਿੰਦਾ ਹੈ। ਡਾਕਟਰ ਸਾਹਿਬ ਇੱਕ ਚੀਜ਼ ਪੁੱਛਣੀ ਹੈ, ਜਾਨੀ ਚੰਗਾ ਖਾਣਾ ਜਿਹੜਾ ਵੈਸੇ ਗੱਲਾਂ ਸਿਆਸੀ ਕਰਨੀਆਂ ਸੀ, ਮੈਂ ਕਿਹਾ ਲਾਹਾ ਲੈ ਲੈਨੇ ਆ। ਨਹੀਂ ਜ਼ਰੂਰ। ਜਾਨੀ ਮਹਿੰਗਾ ਖਾਣਾ ਬਹੁਤ ਜ਼ਰੂਰੀ ਹੈ ਚੰਗਾ ਖਾਣ ਦੇ ਲਈ, ਜਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਆਮ ਚੀਜ਼ਾਂ? ਕਿਉਂਕਿ ਮੈਂ ਮੈਂ 2 ਸਵਾਲ ਪਹਿਲਾਂ ਹੋਰ ਪੁੱਛ ਲੈਣਾ। ਜੀ ਜ਼ਰੂਰ ਜੀ। ਛੋਟੇ ਹੁੰਦਿਆਂ ਤੋਂ ਲੈ ਕੇ ਅੱਜ ਤੱਕ ਕਦੇ ਦੁੱਧ ਲੈਣ ਗਏ ਹੋ ਘਰ ਲਈ ਡੋਲੂ ਚ ਪੈਕਟ ਵਾਲਾ? ਕਦੇ ਮੌਕਾ ਮਿਲਿਆ ਜਾਂ ਲੀਡਰ ਸੀ ਸ਼ੁਰੂ ਤੋਂ ਹੀ? ਨਹੀਂ। ਤਕਰੀਬਨ ਜਦੋਂ 6-7 ਤੱਕ ਸੀਗਾ ਤਾਂ ਅਸੀਂ ਉਦੋਂ ਡੇਰੀਆਂ ਹੁੰਦੀਆਂ ਸੀ, ਉਦੋਂ ਲੈਣ ਚਾਹੀਦਾ ਸੀ ਆਪਾਂ। ਠੀਕ ਹੈ ਜੀ। ਕਦੇ ਸਬਜ਼ੀ ਆਪ ਖਰੀਦੀ? ਸਬਜ਼ੀ ਤਾਂ ਅਸੀਂ ਤਾਂ ਡੈਡੀ ਹੁਣੀ ਸਕੂਟਰ ਤੇ ਜਾਂਦੇ ਸੀ, ਸਕੂਟਰ ਦੇ ਉੱਤੇ ਬੈਠ ਸਕੂਟਰ ਦੀ ਰਾਖੀ ਕਰਨੀ ਆ, ਉਹਨੇ ਥੈਲਾ ਭਰ ਕੇ ਲੈਣਾ ਉੱਥੇ। ਠੀਕ ਹੈ। ਜਾਨੀ ਆਮ ਜਿਹੜਾ ਘਰਾਂ ਦੇ ਵਿੱਚ ਕਦੇ ਡਾਕਟਰ ਸਾਹਿਬ ਕਦੇ ਰਸੋਈ 'ਚ ਚਾਹ ਚੂ ਬਣਾਉਣ ਦਾ ਮੌਕਾ ਮਿਲਿਆ? ਜ਼ਰੂਰ। ਉਹ ਤਾਂ ਹੁਣ ਕਾਲਜ ਲਾਈਫ ਪੜ੍ਹੇ, ਕਾਲਜ ਰਹੇ ਆਪਾਂ ਸਾਰੀ ਉਮਰ। 15 ਦੇਖੋ +2 ਕਰਕੇ ਚੱਲ ਗਏ, +2 ਤੱਕ ਪੜ੍ਹਾਈ ਕਰਦੇ ਰਹੇ, ਉਸ ਤੋਂ ਬਾਅਦ ਕਾਲਜ ਰਹੇ 5 ਸਾਲ 6 ਸਾਲ MBBS, 3-4 ਸਾਲ ਉੱਥੇ ਲੱਗੇ ਸਾਰੇ MD, 10-12 ਸਾਲ ਲੱਗੇ। ਉਹ ਤਾਂ ਫਿਰ ਸੈਲਫ ਕੁਕਿੰਗ ਤਾਂ ਸੈਲਫ ਹੋ ਹੀ ਜਾਂਦਾ, ਉਹ ਤਾਂ ਕਰਨਾ ਹੀ ਪੈਂਦਾ, ਜ਼ਰੂਰਤ ਬਣ ਜਾਂਦੀ ਹੈ, ਨੀਡ। 10 ਕ ਡੱਬੇ, ਚਾਹੇ ਕੋਈ ਬੰਦਾ ਗਰੀਬ ਹੈ, ਆਰਥਿਕ ਤੌਰ ਤੇ ਕਮਜ਼ੋਰ ਹੈ, ਚਾਹੇ ਠੀਕ ਠਾਕ ਹੈ, ਚਾਹੇ ਲੀਡਰ ਬੰਦਾ, ਵੱਡਾ ਬੰਦਾ ਨਾ, ਉਹਨਾਂ 10 ਕ ਡੱਬੇ ਹੁੰਦੇ ਆ, 4 ਕ ਦਾਲਾਂ, ਖੰਡ, ਪੱਤੀ, ਫਿਰ ਉੱਥੇ ਇੱਕ ਡੱਬੇ 'ਚ ਜਾਂ ਟੋਕਰੀ 'ਚ ਅਦਰਕ ਪਿਆ, ਗੰਢੇ ਪਏ, ਇੱਦਾਂ ਦੀਆਂ ਚੀਜ਼ਾਂ। ਕੀ ਜਿਹੜੀਆਂ ਸਧਾਰਨ ਘਰਾਂ ਦੇ ਵਿੱਚ ਸਿੰਪਲ ਦਾਲ ਰੋਟੀ ਜਿਹੜੀ ਬਣਦੀ ਹੈ ਉਹਦੇ ਨਾਲ ਵੀ ਬੰਦਾ ਠੀਕ ਰਹਿ ਸਕਦਾ, ਜਾਂ ਸਾਨੂੰ ਮਹਿੰਗੀਆਂ ਚੀਜ਼ਾਂ ਮੰਗਾਉਣੀਆਂ ਪੈਂਦੀਆਂ? ਨਹੀਂ। ਦਾਣੇ ਵੀ ਉਹੀ ਹੋਣੇ ਆ ਜਿਹੜੀ ਮਰਜ਼ੀ ਤੁਸੀਂ ਮੁਲਕ ਚਲ ਜਾਓ, ਠੀਕ ਹੈ ਜੀ। ਦੁੱਧ ਵੀ ਉਹੀ ਹੋਣਾ ਹੈਗਾ, ਠੀਕ ਹੈ, ਠੀਕ। ਸਬਜ਼ੀ ਵੀ ਉਹੀ ਹੋਣੀ ਹੈ। ਇਹ ਸਿਰਫ ਉਹਨੂੰ ਕੀ ਕਹਿੰਦੇ ਆਪਾਂ ਉਹਨੂੰ ਕਿੱਦਾਂ ਉਹਨੂੰ ਛਕਣਾ, ਆਪਾਂ ਕਿਸ ਤਰੀਕੇ ਨਾਲ ਛਕਣਾ, ਗੱਲ ਉਹ ਹੈਗੀ ਹੈ। ਠੀਕ ਹੈ ਜੀ। ਉਹ ਤੁਸੀਂ ਕੇਅਰ 'ਚ ਬਣਾਉਣੀ ਆ, ਠੀਕ ਹੈ ਜੀ। ਓਵਰ ਈਟਿੰਗ ਨਹੀਂ ਕਰਨੀ ਤੁਸੀਂ, ਜਿੱਥੇ 2 ਫੁਲਕੇ ਭੁੱਖ ਤੇ 3 ਜਾਂ 4 ਲੈ ਲਓ, ਫੁਲਕੇ ਤੁਸੀਂ ਚੋਪੜ ਕੇ ਲਈ ਜਾਓ, ਸਬਜ਼ੀ 'ਚ ਐਕਸਟਰਾ ਤੁਸੀਂ ਘਿਓ ਪਾ ਲਓ, ਦੈਟ ਇਜ਼ ਨੋਟ ਐਡਵਾਈਜ਼ੇਬਲ। ਉਹ ਕੁਛ ਲਿਮਿਟ ਤੱਕ ਜਾਂ ਕੁਛ ਉਮਰ ਤੱਕ ਹੀ ਹੁੰਦਾ, ਜਿੱਦਾਂ ਕਿ ਹੁਣ 25 30 35 ਸਾਲ ਤੱਕ ਤੁਸੀਂ ਕਰ ਸਕਦੇ ਹੋ, ਤੁਸੀਂ ਉਹਨੂੰ ਪਚਾ ਸਕਦੇ ਹੋ। ਵਾਂਸ ਯੂ ਕ੍ਰੋਸ 40 50 ਤਾਂ ਤੁਹਾਡੇ ਲਈ ਉਹ ਫਾਇਦਾ ਦੇਣ ਦੀ ਬਜਾਏ ਨੁਕਸਾਨ ਕਰਨਗੇ। ਠੀਕ ਹੈ ਜੀ। ਡਾਕਟਰ ਸਾਹਿਬ ਇੱਕ ਚੀਜ਼ ਹੋਰ ਮੈਨੂੰ ਦੱਸਿਓ ਕਿ ਬਹੁਤ ਸਾਰੇ ਲੋਕ ਨਾ ਲੋਨ ਲੈਂਦੇ ਅੱਜ ਕੱਲ੍ਹ ਜੀ, ਕਿ ਕਿਸੇ ਨੇ ਕੋਈ ਛੋਟਾ ਹਾਥੀ ਲੈਣਾ ਹੈ, ਕਿਸੇ ਨੇ ਪੜ੍ਹਨਾ ਹੈ, ਕਿਸੇ ਨੇ, ਤੁਸੀਂ ਲੀਡਰ ਲੋਕ ਹੋ, ਤੁਹਾਨੂੰ ਉਹਨਾਂ ਦੀ ਸਮੱਸਿਆ ਨਹੀਂ ਪਤਾ ਲੱਗਦੀ ਹੈਗੀ। ਕਦੇ ਪਰਿਵਾਰ ਦੇ ਵਿੱਚੋਂ ਕਿਸੇ ਟੱਬਰ ਨੇ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ, ਜਾਂ ਤੁਹਾਨੂੰ ਸਟ੍ਰੈਸ ਪਤਾ ਲੱਗੇ? ਤੁਸੀਂ ਕਹਿੰਦੇ ਮੈਂਟਲ ਸਟ੍ਰੈਸ ਨਹੀਂ ਹੋਣੀ ਚਾਹੀਦੀ ਜੀ। ਜਦੋਂ ਅਸੀਂ MBBS ਕਰਨੀ ਸੀਗੀ, ਉਦੋਂ ਡੈਡ ਹੁਣੀ ਸਾਡੇ ਬੈਂਕ ਸੀਗੇ, ਠੀਕ ਹੈ, ਤੇ ਉਹਨਾਂ ਨੇ ਕਿਹਾ ਕਿ ਇਹਦੀ MBBS ਪੂਰੀ ਹੋ ਜਾਵੇ। ਉਹਨੇ ਪਹਿਲੀ 5 ਸਾਲ ਦੀ ਜਿੰਨੀ ਫੀਸ ਸੀਗੀ ਉਹਨਾਂ ਲੋਨ ਲੈ ਕੇ ਇੱਕ ਸਾਈਡ ਤੇ ਉਹਨਾਂ ਨੇ ਰੱਖਤਾ ਸੀਗਾ, ਠੀਕ ਹੈ ਜੀ। ਉਦੋਂ ਲੋਨ ਲਿਆ ਸੀ ਸਾਡੇ ਫਾਦਰ ਸਾਹਿਬ ਨੇ, ਮਤਲਬ ਕਿ ਕੋਈ ਦਿੱਕਤ ਨਾ ਹੋਵੇ, ਸਟੱਡੀ 'ਚ ਕੋਈ ਬ੍ਰੇਕ ਨਾ ਲੱਗੇ ਬਸ। ਹੋਸਟਲ ਦੇ ਵਿੱਚ ਜਦੋਂ ਪੜ੍ਹਦੇ ਸੀ MBBS, ਗੱਡੀ ਤਾਂ ਵਧੀਆ ਰੱਖੀ ਹੋਣੀ, ਜੀਪ ਜੂਪ ਓਪਨ? ਨਹੀਂ ਜੀ, ਕੁਛ ਵੀ ਨਹੀਂ। ਚਲੋ ਸਾਨੂੰ MBBS ਮਿਲੀ ਸੀਟ ਪਟਿਆਲੇ 'ਚ, ਠੀਕ ਹੈ, ਠੀਕ ਹੈ ਜੀ। ਹੁਸ਼ਿਆਰਪੁਰ ਤਕਰੀਬਨ 4-5 ਘੰਟੇ ਦਾ ਰਨ ਹੈਗਾ ਹੁਸ਼ਿਆਰਪੁਰ ਤੋਂ ਜੀ। ਤੇ ਸਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਸੀ ਪਟਿਆਲੇ ਇੰਨੀ ਜ਼ਿਆਦਾ ਕੋਈ ਵੀ। ਸਾਡੇ ਘਰ ਦਾ ਪਹਿਲਾਂ ਹੀ ਬੋਰੀ ਬਿਸਤਰਾ ਛੱਡ ਕੇ ਉੱਥੇ ਹੋਸਟਲ ਛੱਡ ਜਾਂਦਾ, ਇੱਥੇ ਰਹਿਣਾ, ਇੱਥੇ ਸਾਰਾ ਖਾਣਾ ਪੀਣਾ। ਤੇ ਐਟ ਦੈਟ ਟਾਈਮ ਆਈ ਰਿਮੈਂਬਰ ਕਿ ਕੱਲਾ ਮੈਂ ਹੀ ਸੀ ਜਿਹੜਾ ਕੀ ਕਹਿੰਦੇ ਡੇ 1 ਤੋਂ ਪਹਿਲੀ ਨਾਈਟ ਕੀ ਕਹਿੰਦੇ ਜੋ ਕਾਲਜ ਖੁੱਲੇ ਤੇ ਹੋਸਟਲ ਰੁਕਿਆ, ਨਹੀਂ ਤਾਂ ਉਦੋਂ ਸਮਾਂ ਵੀ ਇਦਾਂ ਸੀ, ਰੈਗਿੰਗ ਦਾ ਕੋਈ ਰੁਕਦਾ ਨਹੀਂ ਹੁੰਦਾ ਸੀਗਾ, ਬਾਹਰ ਹੀ PGs ਲਾ ਕੇ ਰਹਿੰਦੇ ਹੁੰਦੇ ਸੀਗੇ। ਅੱਛਾ, ਠਾਰ ਹੈ ਨਹੀਂ ਸੀ ਕੋਈ ਪਟਿਆਲੇ? ਠੀਕ ਹੈ। ਸਕੂਟਰ ਲੱਗੇ ਸੀ ਆਪਾਂ ਸੀਗੇ MD ਕਰਨ ਗਏ ਸੀ, ਠੀਕ ਹੈ ਜੀ। PGI 'ਚ। ਅੱਛਾ, ਸਕੂਟਰ ਉਦੋਂ ਮਿਲਿਆ? ਉਦੋਂ ਮਿਲਿਆ ਸੀਗਾ। ਉਦੋਂ ਵੀ ਇਦਾਂ ਹੁੰਦਾ ਸੀ, ਡਿਊਟੀ ਆਸ ਬਹੁਤ ਹੁੰਦੇ ਸਾਡੇ, 36 ਘੰਟੇ ਡਿਊਟੀ ਆਸ ਕਰਨੀ, ਰਾਤ ਨੂੰ 11-12 ਵਜੇ ਨਿਕਲਣਾ ਉੱਥੋਂ ਹਸਪੀਟਲ ਤੋਂ, ਹੋਸਟਲ ਜਾਣਾ। ਚਲੋ ਕਰਦੇ ਕਹਿੰਦੇ ਤੂੰ ਥੱਕ ਜਾਂਦਾ, ਚਲੋ ਥੋੜਾ ਈਜ਼ੀ ਰਾਈਡ ਹੋ ਜਾਂਦੀ ਇਸੇ ਕਰਕੇ। ਉਦੋਂ ਸੀਗਾ ਸੁਪਰ, ਬਜਾਜ ਸੁਪਰ ਜਿਹੜੇ ਹੁੰਦੇ ਸੀ ਛੋਟੇ, ਠੀਕ ਹੈ, ਉਦੋਂ ਗਏ ਸੀ ਲੈ ਕੇ ਜੀ। ਡਾਕਟਰ ਸਾਹਿਬ ਤੁਹਾਡਾ ਜਿਹੜਾ ਵਿਧਾਨ ਸਭਾ ਹਲਕਾ ਨਾ, ਚੋਆਂ ਵਾਲਾ ਹਲਕਾ ਜੀ, ਸ਼ਾਮ 84 ਜੀ, ਕਿੰਨੀਆਂ ਟਰਾਲੀਆਂ 2 ਨੰਬਰ 'ਚ ਰੋਜ਼ ਰੇਤਾ ਦੀਆਂ ਕੱਢ ਦਿੰਦੇ ਹੋ? ਕਿੰਨੇ ਕੁ ਨੋਟ ਤਕਾਲਾਂ ਨੂੰ ਗਿਣ ਕੇ ਆ ਜਾਂਦੇ ਕਦੇ? ਹੱਸ ਕੇ ਨਾ ਸਾਰੋ ਡਾਕਟਰ ਸਾਹਿਬ। ਟੂ ਬੀ ਫਰੈਂਕ, ਚਲੋ ਅਸੀਂ ਬੈਠੇ ਆਪਾਂ ਤੇ ਜਿਹੜਾ ਲਾਰਜ ਸਕੇਲ ਤੇ ਕੰਮ ਕਰਦੇ ਅਸੀਂ ਤਾਂ ਉਹ ਪੂਰੇ ਥਾਣਿਆਂ ਨੂੰ ਆਪਾਂ ਹਦਾਇਤਾਂ ਦਿੱਤੀਆਂ ਹੋਈਆਂ ਆਪਾਂ, ਕਿ ਜਿਹੜੇ ਟਿੱਪਰਾਂ ਦਾ ਜਾਂ ਉੱਦਾਂ ਕਰਦੇ ਉਹਨਾਂ ਨੂੰ ਤਾਂ ਬਿਲਕੁਲ ਨਹੀਂ, ਜਿਹੜੇ ਬਿਜ਼ਨਸ ਕਰਦੇ ਨੇ ਜੀ,
ਠੀਕ ਹੈ ਜੀ, ਦੋ ਜਿਹੜੇ ਨੰਬਰ ਪੈਸੇ 'ਚ। ਕਮਾਉਂਦੇ ਨੇ। ਜੀ। ਹਾਂਜੀ ਹੈ, ਜਿੱਦਾਂ ਹੁਣ ਕਿਸੇ ਨੂੰ ਘਰ ਵਾਸਤੇ ਲੋੜ ਹੁੰਦੀ ਆ, ਕਿਸੇ ਨੂੰ ਕੋਈ ਧਰਮਸ਼ਾਲਾ ਲਈ ਜਾਂ ਕਿਸੇ ਨੂੰ ਗੁਰੂ ਘਰ ਲਈ, ਜੀ। ਕਿਸੇ ਨੂੰ, ਉਹਨਾਂ ਨੂੰ ਅਸੀਂ ਫਿਰ ਆਪਾਂ ਵੀ ਡੋਂਟ ਸੇ ਨੋ ਟੂ ਦੇਮ। ਉਹ ਠੀਕ ਹੈ। ਅਸੀਂ ਕਹਿ ਦਿੱਤਾ ਕਿ ਐਸਐਚਓ ਸਾਹਿਬ ਨੂੰ ਜਾਂ ਮਾਈਨਿੰਗ ਤੁਸੀਂ ਇਹਨਾਂ ਪਰਸਨਲ ਦੀ ਲੋੜ ਹੈਗੀ, ਤੁਸੀਂ ਜੀ। 1-2 ਟਰਾਲੀਆਂ ਤੁਸੀਂ ਰਿਲੀਵ ਕਰ ਦਿਓ, ਰਿਲੀਜ਼ ਕਰ ਦਿਓ। ਤੁਹਾਨੂੰ ਕਿੰਨੇ ਆਉਂਦੇ ਵਿੱਚੋਂ? ਨਹੀਂ, ਨਥਿੰਗ। ਠੀਕ ਹੈ ਜੀ। ਸਾਡਾ ਉਸ ਕੋਈ। ਅੱਛਾ ਡਾਕਟਰ ਸਾਹਿਬ, ਚਲੋ ਮੈਨੂੰ ਇੱਕ ਚੀਜ਼ ਹੋਰ ਦੱਸਿਓ ਜੀ। ਆਮ ਤੌਰ ਦੇ ਉੱਤੇ ਇਹ ਹੁੰਦਾ ਆ ਕਿ ਕਿਉਂਕਿ ਡਾਕਟਰੀ ਕਿੱਤੇ ਦੇ ਵਿੱਚ ਨਾ, ਕਿਉਂਕਿ ਤੁਹਾਨੂੰ ਹੀ ਪੁੱਛਣਾ, ਅਸੀਂ ਹੋਰ ਕਿਹਨੂੰ ਪੁੱਛਣਾ, ਨਾ ਸਾਨੂੰ ਪਤਾ ਨਾ ਬਾਕੀ ਲੀਡਰਾਂ ਨੂੰ ਪਤਾ, ਇੱਕ ਜੈਨਰਿਕ ਦਵਾਈਆਂ ਹੁੰਦੀਆਂ, ਆਮ ਹੀ ਚਰਚਾ ਚੱਲਦੀ ਆ ਵੱਡੀ ਪੱਧਰ ਦੇ ਉੱਤੇ। ਮੇਰੇ ਲਈ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅੱਜ ਬਿਜ਼ਨਸ ਦਵਾਈਆਂ ਦਾ ਬਹੁਤ ਵੱਡਾ ਹੋ ਗਿਆ। ਬਿਲਕੁਲ, ਬਹੁਤ ਜ਼ਿਆਦਾ। ਇੱਕ ਕਿਤੇ ਲੇਖ ਪੜਿਆ ਮੈਂ ਮੁੜ ਕੇ ਸਰਚ ਕੀਤਾ, ਇੱਕ ਜੈਨਰਿਕ ਦਵਾਈਆਂ ਹੁੰਦੀਆਂ ਕਿ ਜਿਹੜੀਆਂ ਥੋੜੀਆਂ ਸਸਤੀਆਂ ਹੁੰਦੀਆਂ, ਕਹਿੰਦੇ ਆ ਕਿ ਕੰਮ ਉਹੀ ਕਰਦੀ ਤਕਰੀਬਨ ਸਸਤੀ ਦਵਾਈ, ਪਰ ਤੁਹਾਡੇ ਜਿਹੜੇ ਡਾਕਟਰ ਨੇ, ਅਸੀਂ, ਮੈਂ ਇਹ ਨਹੀਂ ਕਹਿੰਦਾ ਤੁਸੀਂ ਆਪ ਹੀ ਦੱਸਿਓ, ਉਹ ਮਹਿੰਗੀ ਦਵਾਈ ਲਿਖ ਦਿੰਦੇ ਆ ਜਿਹਦੇ ਨਾਲ ਕਿ ਆਮ ਬੰਦੇ ਦਾ ਧੂੰਆਂ ਨਿਕਲ ਜਾਂਦਾ। ਜੇ ਹੁਣ ਸਸਤੀ ਦਵਾਈ ਨਾ ਸਰ ਸਕਦਾ, ਕਈ ਵਾਰੀ ਸਰਕਾਰ ਕਹਿੰਦੀ ਜੀ ਸਾਲਟ ਲਿਖਣਾ, ਕੱਲਾ ਦਵਾਈ ਬੰਦਾ ਆਪੇ ਹੀ ਲਵੇ। ਜੀ ਜੀ। ਹੁਣ ਤੁਸੀਂ ਸਸਤੀ ਦਵਾਈ ਲਿਖਦੇ ਹੋ ਕਿ ਮਹਿੰਗੀ ਲਿਖਦੇ ਹੋ? ਨਹੀਂ, ਬਿਲਕੁਲ, ਉਹ ਤਾਂ ਅਸੀਂ ਜਿਹੜੀ ਰੀਜ਼ਨੇਬਲ ਜਿੰਨੀ ਲੋੜ ਹੁੰਦੀ ਅਸੀਂ ਉਹ ਨਹੀਂ ਕਰੀਦਾ ਹੈਗਾ। ਤੁਸੀਂ ਮੁੱਦਾ ਚੱਕਿਆ ਜੈਨਰਿਕ ਦਵਾਈਆਂ ਦਾ, ਜ਼ਰੂਰ ਇਹ ਬਹੁਤ ਵੱਡਾ ਟੌਪਿਕ ਹੈਗਾ ਤੇ ਜ਼ਰੂਰੀ ਹੈਗੀਆਂ ਕਿ ਅਸੀਂ ਆਪਾਂ ਕੀ ਕਹਿੰਦੇ ਲੋਕਾਂ ਨੂੰ ਹਸਪਤਾਲਾਂ 'ਚ ਜੈਨਰਿਕ ਮੈਡੀਸਿਨ ਦੀ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਕੁਝ ਵੀ। ਠੀਕ ਹੈ। ਬਹੁਤ ਹੀ ਘੱਟ ਦਵਾਈਆਂ ਹੁੰਦੀਆਂ ਜਿਹੜੀਆਂ ਕਿ ਅੰਡਰ ਆਰਡੀ ਕਰਕੇ, ਰਿਸਰਚ ਐਂਡ ਡਿਵੈਲਪਮੈਂਟ ਕਰਕੇ ਜਿਹੜਾ ਨਵਾਂ ਸੋਲਟ ਆਉਂਦਾ ਹੈਗਾ, ਉਹ ਮਹਿੰਗੀਆਂ ਹੁੰਦੀ, ਕਾਫੀ ਮਹਿੰਗੀ ਹੁੰਦੀ। ਨਵਾਂ ਸੋਲਟ ਆ ਜਾਂਦਾ, ਕੁਝ ਕੰਪਨੀਆਂ ਕੋਈ ਪੇਟੈਂਟ ਹੁੰਦੇ ਨੇ। ਬਾਕੀ ਜਿਹੜੀ ਆਮ ਜਨਰਲ ਪਬਲਿਕ 'ਚ ਯੂਜ਼ ਹੋਣ ਵਾਲੀਆਂ ਉਹ ਤਾਂ ਈਜ਼ੀਲੀ ਵੀ ਕੈਨ ਕਨਵਰਟ ਇਨਟੂ ਜੈਨਰਿਕ। ਉਹ 'ਚ ਲੋਕਾਂ ਦੀ ਵੀ ਜੇਬ ਦਾ ਵੀ ਫਾਇਦਾ ਹੋਏਗਾ। ਤੇ ਮੈਂ ਤਾਂ ਅਸੀਂ ਚਾਹੁੰਦੇ ਕਿ ਜਿੱਦਾਂ ਕਿ ਹੁਣ ਇਹ ਤਾਂ ਹੈ ਨਹੀਂ ਕਿ ਇੱਕ ਵਾਰੀ ਤੁਸੀਂ ਦਵਾਈ ਖਾ ਲਈ ਤਾਂ ਹੁਣ ਸਾਰੀ ਉਮਰ ਦਵਾਈ ਨਹੀਂ ਖਾਣੀ। ਸਰਕਾਰ ਨੂੰ ਵੀ ਕੁਝ ਟੀਮ ਇੱਦਾਂ ਦੀ ਹੋਵੇ, ਕੋਈ ਸਕੂਲ ਆਫ ਥਾਟਸ ਹੋਣ ਕਿ ਕੁਝ ਆਪਣੇ ਲੈਵਲ ਤੇ ਪ੍ਰੋਡਕਸ਼ਨ ਸ਼ੁਰੂ ਕਰ ਦੇਣ ਜਾਂ ਕੋਈ ਅੱਗੇ ਫਰਮ ਲਾ ਦੇਣ ਕਿ ਉਹ 'ਚ ਮਤਲਬ ਕਿ ਚਲੋ ਸਰਕਾਰ ਦੀ ਵੀ ਇਨਵੈਸਟਮੈਂਟ ਹੋ ਜਾਏ, ਲੋਕਾਂ ਨੂੰ ਰੋਜ਼ਗਾਰ ਵੀ ਮਿਲ ਜੂਗਾ ਤੇ ਅੱਗੇ ਉਹਦਾ ਜਿਹੜਾ ਮਾਰਜਿਨ ਵੀ ਹੈਗਾ ਉਹ ਵੀ ਕਾਫੀ ਘੱਟ ਹੋ ਗਿਆ। ਅਸੀਂ ਸਰਕਾਰੀ ਹਸਪਤਾਲਾਂ 'ਚ ਆਪਾਂ ਡਿਸਪੈਂਸਰੀ 'ਚ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ, ਆਪਾਂ ਆਪਣੀ ਕੋਈ ਫਰਮ ਲਾ ਲੈਂਦਾ ਸਰਕਾਰ ਵੱਲੋਂ ਜਾਂ ਕੋਈ ਪਾਰਟਨਰਸ਼ਿਪ ਕਰ ਲੈਣ ਕਿਸੇ ਇੱਦਾਂ ਉਹਦੇ ਨਾਲ ਨਾ, ਮਤਲਬ ਕਿ ਟੂ ਕੱਟ ਦੀ ਪ੍ਰਾਈਸ, ਟੂ ਕੱਟ ਦਾ ਕੋਸਟ। ਤੁਸੀਂ ਜੇ ਹੋ ਸਕਿਆ ਜਦੋਂ ਕਿਤੇ ਸਮਾਂ ਲੱਗਿਆ ਵਿਆਹ ਭੋਗ ਤੇ ਜਾਣ ਤੋਂ, ਕਿਉਂਕਿ ਹਲਕੇ ਦੇ ਲੋਕਾਂ ਨੇ ਸੱਦਣਾ, ਸਰਕਾਰ ਨੂੰ 4 ਅੱਖਰ ਕਿਤੇ ਲਿਖ ਕੇ ਭੇਜ ਦਿਓ ਹੋਰ ਸਾਲ 6 ਮਹੀਨੇ ਨੂੰ, ਕਿ ਇਦਾਂ ਕਿਤੇ ਹੋ ਸਕਦਾ, ਭੇਜ ਦਿਓਗੇ? ਨਹੀਂ, ਕਰਾਂਗੇ ਅਸੀਂ ਗੱਲ, ਆਪਾਂ ਹੈਲਥ ਡਿਪਾਰਟਮੈਂਟ 'ਚ ਗੱਲ ਕਰ ਲਿਓ ਜ਼ਰੂਰ, ਆਮ ਲੋਕਾਂ ਦਾ ਭਲਾ ਹੋ ਜੂਗਾ। ਨਹੀਂ ਜ਼ਰੂਰ ਨਾ, ਸਾਡੇ ਹੈਲਥ ਮਿਨਿਸਟਰ ਬੜੀ ਮਿਹਨਤ ਕਰ ਰਹੇ ਨੇ, ਹੀ ਇਜ਼ ਆਲਵੇਜ਼ ਹਮੇਸ਼ਾ ਹੀ ਫੀਲਡ 'ਚ ਰਹਿੰਦੇ ਨੇ, ਹਸਪਤਾਲਾਂ ਡਿਸਪੈਂਸ ਕਵਰ ਕਰਦੇ। ਤੇ ਅਸੀਂ ਜਦੋਂ ਕਿਤੇ ਸਮਾਂ ਲੱਗਿਆ ਅਸੀਂ ਜ਼ਰੂਰ ਆਪਾਂ ਬੈਠ ਕੇ ਆਪਾਂ ਨੂੰ ਵਿਚਾਰ ਦੇਵਾਂਗੇ। ਇੱਕ ਡਾਕਟਰ ਸਾਹਿਬ ਹੋਰ, ਤੁਸੀਂ ਕਿਹਾ ਕਿ ਜਦੋਂ ਤੁਸੀਂ ਐਮਡੀ ਕੀਤੀ ਉਸ ਤੋਂ ਬਾਅਦ ਤੁਸੀਂ ਸਰਕਾਰੀ ਡਾਕਟਰ ਲੱਗ ਜਾਣਾ ਸੀ, ਪਰ ਸਰਕਾਰ ਨੇ ਪੋਸਟਾਂ ਹੀ ਨਾ ਕੱਢੀਆਂ। ਜਦੋਂ ਕੱਢੀਆਂ ਤਾਂ ਸਰਕਾਰ ਜਾਣ ਵਾਲੀ ਸੀ। ਹੁਣ ਤੁਹਾਡੀ ਸਰਕਾਰ ਆਈ ਆ, ਐਤਕੀ ਇਹ ਨਾ ਹੋਵੇ ਜਿਹੜੇ ਹੁਣ ਪੜ੍ਹ ਕੇ ਆਏ ਆ ਕਿ ਉਹਨਾਂ ਨੂੰ ਵੀ ਐਂ ਲੱਗੇ ਕਿ ਭਾਈ ਪੋਸਟਾਂ ਤਾਂ ਨਿਕਲੇ। ਤੁਸੀਂ ਇਹ ਵੀ ਕੋਸ਼ਿਸ਼ ਕਰਿਓ। ਨਹੀਂ, ਜ਼ਰੂਰ ਜ਼ਰੂਰੀ ਨਹੀਂ ਕਿ ਮੈਡੀਕਲ ਡਿਪਾਰਟਮੈਂਟ, ਸਾਰੇ ਡਿਪਾਰਟਮੈਂਟਸ ਬਹੁਤ ਤਕੜੇ ਲੈਵਲ ਤੇ ਰਿਕਰੂਟਮੈਂਟ ਦੀ ਲੋੜ ਆ। ਤੇ ਸਰਕਾਰ ਨੇ ਸਾਡੇ ਡੇ 1 ਤੋਂ ਮਾਨ ਸਾਹਿਬ ਨੇ ਨਿਯੁਕਤੀ ਪੱਤਰ ਦੇਣੇ ਸ਼ੁਰੂ ਕਰਤੇ, ਐਲਾਨ ਨਹੀਂ ਕੀਤੇ, ਅਪਾਇੰਟਮੈਂਟ ਲੈਟਰਸ ਦੇਣੇ ਸ਼ੁਰੂ ਕਰਤੀਆਂ ਹੈਗੀਆਂ ਤੇ ਹਰੇਕ ਫੀਲਡ 'ਚ ਹਰੇਕ ਡਿਪਾਰਟਮੈਂਟ 'ਚ ਦੇ ਰਹੇ ਨੇ। ਤੇ ਸਾਨੂੰ ਉਮੀਦ ਹੈ ਕਿ ਅਸੀਂ 5 ਸਾਲਾਂ 'ਚ ਕਾਫੀ ਲੋਕ ਅਸੀਂ ਆਪਾਂ ਇੰਪਲੋਏ ਕਰ ਲਾਂਗੇ, ਜਿਹਨਾਂ ਜਿਹੜੇ ਡਿਪਾਰਟਮੈਂਟ ਖਾਲੀ ਪਏ ਨੇ, ਚਾਹੇ ਮੈਡੀਕਲ ਆ, ਚਾਹੇ ਰੈਵਨਿਊ ਆ, ਚਾਹੇ ਪੁਲਿਸ ਦਾ, ਤਾਂ ਹੁਣ ਮਾਨ ਸਾਹਿਬ ਨੇ ਅਨਾਉਂਸ ਕਰ ਹੀ ਦਿੱਤਾ, ਸਾਰਾ ਕਰਤਾ। ਤੇ ਲਾਰਜ ਸਕੇਲ ਤੇ ਵੱਡੀ ਪੱਧਰ ਤੇ ਇਹ ਹੋਣਗੇ ਰਿਕਰੂਟਮੈਂਟਸ। ਠੀਕ ਹੈ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੱਸਿਓ, ਆਮ ਪੰਜਾਬੀਆਂ ਦਾ ਸੁਭਾਅ ਆ ਜੀ, ਮੇਰੇ ਘਰੇ ਕੋਈ ਫੰਕਸ਼ਨ ਹੋਵੇ, ਮੇਰਾ ਜੀ ਕਰੂਗਾ ਯਾਰ ਵੀ ਐਮਐਲਏ ਸਾਹਿਬ ਆਉਣ, ਐਮਪੀ ਸਾਹਿਬ ਆਉਣ, ਕੋਈ ਮਿਨਿਸਟਰ ਸਾਹਿਬ ਆ ਜਾਣ ਤਾਂ ਬੱਲੇ ਬੱਲੇ। ਅਗਲੇ ਬੰਦੇ ਤਾਂ ਭਗਵੰਤ ਮਾਨ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਕੈਪਟਨ ਸਾਹਿਬ ਨੂੰ, ਅਸ਼ਵਨੀ ਸ਼ਰਮਾ ਸਾਹਿਬ ਨੂੰ, ਰਾਜਾ ਵੜਿੰਗ ਸਾਹਿਬ ਨੂੰ, ਪ੍ਰਤਾਪ ਸਿੰਘ, ਸਾਰਿਆਂ ਨੂੰ, ਜਾਣੀ ਸਾਡੀ ਕੋਸ਼ਿਸ਼ ਹੁੰਦੀ ਪੰਜਾਬੀਆਂ ਦਾ ਸੁਭਾਅ। ਜੀ। ਮੈਂ ਡਾਕਟਰ ਰਵਜੋਤ ਤੋਂ ਇਮਾਨਦਾਰੀ ਨਾਲ ਪੁੱਛਣਾ ਚਾਹੁੰਦਾ, ਤੁਹਾਡੀ ਮਜਬੂਰੀ ਹੋ ਗਈ ਜਾਂ ਤੁਹਾਡਾ ਜੀ ਕਰਦਾ ਹੋਊਗਾ ਕਿ ਭਾਈ ਵਿਆਹ ਦੇ ਉੱਤੇ ਜਾ ਕੇ ਜਾਂ ਭੋਗ ਤੇ ਜਾ ਕੇ ਜਾਂ ਸ਼ਰਧਾਂਜਲੀ ਦੇ ਕੇ ਜੇ ਵੋਟਰ ਖੁਸ਼ ਹੁੰਦਾ ਕਰ ਲਈਏ। ਤੁਸੀਂ ਪਹਿਲਾਂ ਇੱਕ ਸ਼ਬਦ ਬੋਲਿਆ ਸੀ ਕਿ ਸਾਡਾ ਕੰਮ ਵਿਧਾਨ ਸਭਾ 'ਚ ਜਾ ਕੇ ਮੁੱਦੇ ਚੁੱਕਣਾ ਹੈ ਐਮਐਲਏ ਦਾ। ਜੀ। ਅਸੀਂ ਕੀ ਤੁਹਾਡੇ ਵੱਲੋਂ ਜਾਣੀ ਜਾਂ ਅਸੀਂ ਆਪਣੇ ਵੱਲੋਂ ਕਰ ਸਕਦੇ ਇਹ ਕੋਸ਼ਿਸ਼, ਜੇ ਤੁਹਾਨੂੰ ਵਿਆਹਾਂ ਭੋਗਾਂ 'ਤੇ ਥੋੜ੍ਹਾ ਜਿਹਾ ਘੱਟ ਸੱਦਣ, ਅਸਲੀ ਕੰਮ ਤੁਸੀਂ ਵੱਧ ਕਰ ਸਕਦੇ ਹੋ? ਨਹੀਂ, ਜ਼ਰੂਰੀ, ਵੈਰੀ ਟਰੂ, ਕਿਉਂਕਿ ਸਮਾਂ ਸਾਡਾ ਕਾਫੀ ਖਰਾਬ ਹੋ ਜਾਂਦਾ ਉੱਥੇ ਨਾ। ਠੀਕ ਹੈ ਜੀ। ਤੇ ਚਲੋ ਮੈਰਿਜਸ ਤੇ ਕਈ ਵਾਰ ਹੁੰਦਾ ਕਿ ਕੋਈ ਜਾਂ ਟੀਮ ਚਲੀ ਜਾਵੇ ਸਾਡਾ ਸਮਾਂ ਬਚ ਜਾਊਗਾ, ਜੇ ਬਹੁਤ ਜ਼ਰੂਰੀ ਹੈ, ਜੇ ਪਰਸਨਲੀ ਕਾਲ ਕੀਤਾ ਫਿਰ ਤਾਂ ਠੀਕ ਹੈ।
ਪਰ ਮਰਗ ਤੇ ਜਾਂ ਡੈਥ ਤੇ ਅਸੀਂ ਆਪਾਂ ਜ਼ਰੂਰ ਆਪਾਂ ਹਾਜ਼ਰੀ ਠੀਕ ਹੈ, ਹਾਜ਼ਰੀ ਲਾਉਂਦੇ ਉਹ ਤਾਂ ਇਨਸਾਨੀ ਤੌਰ ਤੇ ਸਾਡਾ ਫਰਜ਼ ਬਣਦਾ ਹੈਗਾ ਨਾ। ਤੇ ਗੱਲ ਸਹੀ ਹੈ ਕਿ ਜੇ ਅਸੀਂ ਆਪਾਂ ਇਹਨਾਂ ਤੋਂ ਆਪਣਾ ਸਮਾਂ ਬਚਾ ਕੇ ਅਸੀਂ ਆਪਣੇ ਏਰੀਏ ਵੱਲ ਡਿਵੈਲਪਮੈਂਟ ਵੱਲ ਕੀ ਪ੍ਰੋਜੈਕਟ ਲੈ ਕੇ ਆਣੇ ਆ, ਇਸ ਪਿੰਡ ਵਿੱਚ ਮਤਲਬ ਕਿ ਕੀ ਘਾਟ ਆ, ਕੀ ਦਿੱਕਤਾਂ ਆ ਰਹੀਆਂ, ਉਹਨੂੰ ਆਪਾਂ ਸੋਚੀਏ। ਫਿਰ ਜਿਹੜੀ ਟੀਮ ਹੁੰਦੀ ਆ ਪੰਚਾਇਤੀ ਡਿਪਾਰਟਮੈਂਟ ਦੀ ਜਾਂ ਵਾਟਰ ਸੀਵਰੇਜ ਜਾਂ PWD, ਉਹਨਾਂ ਬੈਠ ਕੇ ਮੀਟਿੰਗ ਕਰੀਏ ਆਪਾਂ ਇਹਦਾ ਕਿੱਦਾਂ ਹੱਲ ਕਰ ਸਕਦੇ ਹਾਂ, ਕਿੱਥੋਂ ਫੰਡਸ ਅਰੇਂਜ ਕਰ ਸਕਦੇ। ਦੈਟ ਇਜ਼ ਮੋਰ ਇੰਪੋਰਟੈਂਟ, ਉਹ ਜ਼ਿਆਦਾ ਜ਼ਰੂਰੀ ਹੈਗਾ ਮਤਲਬ। ਠੀਕ ਹੈ ਜੀ, ਠੀਕ ਹੈ। ਤੇ ਉਹਦੇ ਲਈ ਮੈਨੂੰ ਲੱਗਦਾ ਕਿ ਮੈਂ ਆਪਣੇ ਇਕੱਲੇ ਦੀ ਗੱਲ ਨਹੀਂ ਕਰਦਾ, ਬਾਕੀ ਸਾਡੇ ਸਤਿਕਾਰਯੋਗ MLA ਸਾਹਿਬਾਨ ਨੇ ਜਾਂ ਮੰਤਰੀ ਸਾਹਿਬਾਨ ਨੇ, ਉਹਨਾਂ ਨੂੰ ਵੀ ਲੱਗਦਾ ਕਿ ਬਹੁਤ ਘੱਟ ਮਤਲਬ ਕਿ ਸਮਾਂ ਮਿਲਦਾ ਹੋਊਗਾ ਕਿ ਅਸੀਂ ਆਪਾਂ ਸਟੱਡੀ ਕਰੀਏ ਪਿੰਡ ਨੂੰ, ਉਹਦੀ ਪ੍ਰੋਬਲਮਸ ਨੂੰ ਸਟੱਡੀ ਕਰੀਏ, ਉਹਦਾ ਸੋਲੂਸ਼ਨ ਕਿੱਦਾਂ ਕਰਨਾ ਹੈਗਾ। ਉਹ ਮੈਂ ਇਹੀ ਕਹਿ ਸਕਦਾ ਕਿ ਸਾਨੂੰ ਜ਼ਰੂਰ ਜਿਸ ਪਰਪਸ ਲਈ ਸਾਨੂੰ ਚੁਣਿਆ ਤੁਸੀਂ ਜੀ, ਡਿਵੈਲਪਮੈਂਟ ਲਈ, ਪ੍ਰੋਜੈਕਟਸ ਲੈਣ ਲਈ, ਸਾਨੂੰ ਉਹ 'ਤੇ ਜ਼ਿਆਦਾ ਸਾਨੂੰ ਸਮਾਂ ਸਪੈਂਡ ਕਰਨ ਤੋਂ ਤਾਂ ਜ਼ਿਆਦਾ ਵਧੀਆ ਹੈਗਾ। ਤੁਹਾਡੇ ਹਲਕੇ 'ਚ ਜਿਹੜਾ ਵੀ ਕੰਮ ਕੋਈ ਹੋਣਾ ਹੈ ਜੀ, ਦਿੱਲੀ ਵਾਲਿਆਂ ਨੂੰ ਜਾਣੀ ਦਿੱਲੀ ਵਾਲੇ ਕਹਿੰਦੇ ਆ ਕਿ ਭਾਈ ਡਾਕਟਰ ਰਵਜੋਤ ਨੂੰ ਆਹ ਕਰਨਾ ਜੋ ਕਰਨਾ, ਕਿਉਂਕਿ ਤੁਹਾਡੀ ਪਾਰਟੀ ਦੇ ਉੱਤੇ ਦੋਸ਼ ਲੱਗਦਾ ਕਿ ਤੁਸੀਂ ਆਪ ਨਹੀਂ ਕੁਝ ਕਰ ਸਕਦੇ, ਦਿੱਲੀ ਵਾਲੇ ਹੀ ਚਲਾਉਂਦੇ ਸਾਰਾ ਕੰਮ। ਨਹੀਂ, ਬਿਲਕੁਲ ਨਹੀਂ। ਉਹ ਤਾਂ ਹੁਣ ਸਾਨੂੰ ਪਤਾ, ਸਾਡੇ ਹਲਕੇ 286 ਪਿੰਡ ਆ, ਕਿਸ ਹਲਕੇ ਦੀ ਕੀ ਪ੍ਰੋਬਲਮ ਹੈਗੀ, ਪਾਣੀ ਦੀ ਜਾਂ ਸੀਵਰੇਜ ਦੀ ਆ, ਉਹ ਤਾਂ ਅਸੀਂ ਆਪਾਂ ਆਪਣੀ ਸਰਕਾਰ ਨੂੰ, ਆਪਣੇ ਕੰਸਰਨ ਮੰਤਰੀ ਨੂੰ ਦੱਸਣਾ ਕਿ ਸਾਡੀ ਆਹ ਦਿੱਕਤ ਹੈ, ਇਹਦਾ ਹੱਲ ਸਾਨੂੰ ਕਰਕੇ ਦਿਓ। ਉਹਨਾਂ ਦੀ ਕੋਈ ਇੰਟਰਫੇਰੈਂਸ ਨਹੀਂ, ਉਹਨਾਂ ਦੇ ਆਪਣੇ ਮਸਲੇ ਬਥੇਰੇ ਦਿੱਲੀ ਵਿੱਚ, ਉਹਨਾਂ ਨੇ ਹੋਰ ਇੱਥੇ ਪੰਜਾਬ 'ਚ ਕੀ ਕਰਨਾ ਹੈ। ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ, ਤੁਸੀਂ ਪੜ੍ਹੇ ਲਿਖੇ ਜੀ, ਤੁਸੀਂ ਕਿਉਂਕਿ ਜੇ ਤੁਹਾਡੇ ਫਾਦਰ ਸਾਹਿਬ ਬੈਂਕ 'ਚ ਕੰਮ ਕਰਦੇ ਸੀ, ਮਦਰ ਟੀਚਰ ਸੀ, ਜਾਂ 3-4 ਭੈਣ ਭਰਾ ਸੀ, ਤੁਸੀਂ ਖਰਚੇ ਪੂਰੇ ਹੁੰਦੇ ਆ ਮਸਾਂ ਨਾ, ਤਾਂ ਤੁਸੀਂ ਪੜ੍ਹ ਗਏ, ਪੜ੍ਹ ਕੇ ਤੁਹਾਨੂੰ ਹਸਪੀਟਲ ਖੋਲ੍ਹਣ ਦਾ ਮੌਕਾ ਮਿਲ ਗਿਆ, ਤੁਹਾਨੂੰ ਟਿਕਟ ਵੀ ਮਿਲ ਗਈ ਜੀ। ਆਮ ਬੱਚਾ ਤੁਹਾਡੇ ਹਲਕੇ ਦਾ ਸ਼ਾਮ 84 ਦਾ ਆਮ ਬੱਚਾ ਪੜ੍ਹਨਾ ਚਾਹੁੰਦਾ ਹੋਊਗਾ, ਤੁਹਾਡੇ ਤਾਂ ਚਲੋ ਪੇਰੈਂਟਸ ਪੜ੍ਹੇ ਲਿਖੇ ਸੀ, ਉਹਨਾਂ ਨੂੰ ਗਾਈਡ ਕਰ ਦਿੱਤਾ, ਤੁਹਾਨੂੰ ਗਾਈਡ ਕਰ ਦਿੱਤਾ। ਆਮ ਬੱਚੇ ਨੂੰ ਨਹੀਂ ਪਤਾ, ਸਕੂਲਾਂ ਦੇ ਮੂਹਰੇ ਦੇਖੋ ਕੋਈ ਕੁਛ ਵੀ ਕਹੀ ਜਾਵੇ ਨਾ, ਕਾਲਜ ਦੇ ਉੱਤੇ ਲਿਖਿਆ ਹੁੰਦਾ ਕਿ ਗਾਈਡੈਂਸ ਐਂਡ ਕਾਉਂਸਲਰ, ਨਾਮ ਲਿਖਿਆ ਹੁੰਦਾ, ਟੈਲੀਫੋਨ ਨੰਬਰ, ਪਰ ਉਹ ਕੋਈ ਪੱਕੀ ਪੋਸਟ ਨਹੀਂ ਹੁੰਦੀ। ਪਤਾ ਨਹੀਂ ਟੀਚਰਾਂ ਨੂੰ ਥੋੜ੍ਹਾ ਬਹੁਤ ਕੋਈ ਕੋਰਸ 10 ਦਿਨ 20 ਦਿਨ ਦਾ ਕਰਾ ਕੇ ਦੱਸ ਦਿੱਤਾ ਹੋਊਗਾ। ਤੁਹਾਨੂੰ ਲੱਗਦਾ ਹੈ, ਕਿਉਂਕਿ ਤੁਸੀਂ ਜੇ 2014 ਤੋਂ 8 ਸਾਲ ਹੋ ਗਿਆ ਤੁਹਾਨੂੰ ਰਾਜਨੀਤੀ 'ਚ, ਤੁਸੀਂ ਲੋਕਾਂ 'ਚ ਵਿਚਰਦੇ ਹੋਵੋਗੇ, ਮੈਨੂੰ ਲੱਗਦਾ ਕਿ ਗਾਈਡੈਂਸ ਦੀ ਬਹੁਤ ਘਾਟ ਆ, ਕਾਉਂਸਲਿੰਗ ਦੀ ਬਹੁਤ ਘਾਟ ਆ। ਤੁਹਾਡੇ ਹਲਕੇ 'ਚ ਤੁਹਾਨੂੰ ਕਦੀ ਇਹ ਚੀਜ਼ ਨਜ਼ਰ ਆਈ? ਨਹੀਂ, ਬਿਲਕੁਲ। ਤੇ ਚਲੋ ਜਿਹੜੇ ਸਾਡੇ ਪੇਸ਼ੈਂਟਸ ਹੈਗੇ ਆ, ਉਹ ਕਈ ਵਾਰ ਸਾਨੂੰ ਪੁੱਛਦੇ ਪਰਸਨਲ ਲੈਵਲ 'ਤੇ, ਡਾਕਟਰ ਸਾਹਿਬ ਉਹਨਾਂ ਨੇ ਆਹ ਸਟੱਡੀ ਕੀਤੀ ਆ, ਉਹਦਾ ਇੰਟਰਸਟ ਇਸ ਫੀਲਡ 'ਚ ਹੈਗਾ, ਅਸੀਂ ਆਪਾਂ ਕਿੱਦਾਂ ਪ੍ਰੋਸੀਡ ਕਰੀਏ। ਠੀਕ ਹੈ, ਡੈਫੀਨੇਟਲੀ ਬੱਚੇ 'ਚ ਜ਼ਰੂਰੀ ਨਹੀਂ ਕਿ ਹਰੇਕ ਬੱਚਾ ਮੈਡੀਕਲ ਦੇ ਉਹਦਾ ਇੰਟਰਸਟ ਹੋ ਮੈਡੀਕਲ 'ਚ ਜਾਣਗੇ। ਬਹੁਤ ਸਾਰੀਆਂ ਫੀਲਡਸ ਹੋ ਗਈਆਂ ਅੱਜ ਕੱਲ੍ਹ ਤਾਂ, ਬਹੁਤ ਜ਼ਿਆਦਾ ਡਾਈਵਰਸੀਫਾਈ ਸਬਜੈਕਟ ਹੋ ਗਿਆ ਹੈਗਾ, ਤੇ ਉਹਨਾਂ ਨੂੰ ਗਾਈਡੈਂਸ ਲਈ, ਕਾਉਂਸਲਿੰਗ ਲਈ ਬੜੀ ਮਤਲਬ ਲੋੜ ਹੈਗੀ ਹੈ, ਤਾਂ ਕਿ ਉਹ ਆਪਣੇ ਆਪ ਨੂੰ ਅੱਗੇ ਆ ਕੇ ਨਿਖਾਰ ਸਕਣ, ਆਪਣਾ ਰਸਤਾ ਚੁਣ ਸਕਣ, ਤੇ ਉਹਦੇ ਵਿੱਚ ਉਹਨਾਂ ਦਾ ਸਮਾਂ ਹੀ ਬਚੂਗਾ ਇੱਧਰ ਉੱਧਰ ਪੁੱਛਣ ਨਾਲੋਂ, ਇੱਧਰ ਉੱਧਰ ਧੱਕੇ ਖਾਣ ਨਾਲੋਂ। ਜੇ ਗਾਈਡਿੰਗ ਕਾਉਂਸਲਿੰਗ ਮਿਲ ਜਾਵੇ ਸਹੀ ਤਰੀਕੇ, ਸਹੀ ਟਾਈਮ ਸੇ, ਤਾਂ ਮੈਂ ਕਹਿੰਦਾ ਉਹਨਾਂ ਦਾ ਫਿਊਚਰ ਕੀ ਕਹਿੰਦੇ ਉਹ ਬਣ ਸਕਦਾ। ਜੀ। ਤੇ ਸਾਨੂੰ ਕਦੇ ਐਂ ਲੱਗਦਾ ਹੁੰਦਾ, ਦੇਖੋ ਵੈਸੇ ਤਾਂ ਸਰਕਾਰ ਤੱਕ ਤੁਸੀਂ ਉਹ ਗੱਲ ਪਹੁੰਚਾਉਣੀ, ਸਾਡੀ ਤਾਂ ਕੋਈ ਸੁਣਦਾ ਨਹੀਂ ਸੁਣਦਾ, ਸਾਨੂੰ ਨਹੀਂ ਪਤਾ, ਸਮਾਂ ਹੀ ਨਹੀਂ ਹੁੰਦਾ ਕਿਸੇ ਕੋ, ਕਿ +2 ਇੰਪੋਰਟੈਂਟ ਆ, 10ਵੀਂ ਇੰਪੋਰਟੈਂਟ ਆ, ਜਦੋਂ ਸਬਜੈਕਟ ਚੂਜ਼ ਕਰਨੇ 11ਵੀਂ 'ਚ ਜਾ ਕੇ, ਕਿ ਜੇ ਕਿਤੇ ਕੋਈ ਇੱਦਾਂ ਦੀ ਟੀਮ ਹਲਕਾ ਵਾਈਜ਼ ਬਣ ਜਾਏ, ਪੰਜਾਬ ਵਾਈਜ਼ ਟੀਮਾਂ ਬਣ ਜਾਣ, ਕਿ ਭਾਈ ਜਦੋਂ ਬੱਚਾ 10ਵੀਂ 'ਚ ਆ, ਸੈਸ਼ਨ ਮੰਨ ਲਓ ਕਿ ਮਈ 'ਚ ਸ਼ੁਰੂ ਹੋ ਗਿਆ 10ਵੀਂ ਦਾ ਨਾ, ਮਈ ਤੋਂ ਲੈ ਕੇ ਮਾਰਚ ਤੱਕ ਬੱਚਿਆਂ ਨੇ ਪੜ੍ਹਨਾ, ਕਿ ਉਦੋਂ ਹਲਕੇ 'ਚ ਟੀਮਾਂ ਬਣ ਜਾਣ, ਜਾਂ ਪੰਜਾਬ ਲੈਵਲ ਦੇ ਉੱਤੇ ਤੁਸੀਂ ਕੋਈ ਸਰਕਾਰ ਨੂੰ ਦੱਸ ਸਕੋ ਕਿ ਭਾਈ 10, 20, 25, 30 ਟੀਮਾਂ ਬਣਾ ਦਿਓ, 2 ਘੰਟੇ ਦਾ ਉਹ ਹਰ ਸਕੂਲ 'ਚ ਜਾ ਕੇ ਇੱਕ ਸੈਮੀਨਾਰ ਇੱਕ ਵਾਰੀ ਕਰ ਦੇਣ, ਇੱਕ ਬੁਕਲੇਟ ਜੀ ਬੱਚਿਆਂ ਨੂੰ ਵੰਡ ਦਿੱਤੀ ਜਾਵੇ। ਕਿਉਂਕਿ ਮੈਂ ਤੁਹਾਨੂੰ ਕਲੀਅਰ ਦੱਸਦਾ ਕਿ ਅਜੇ ਵੀ ਅਸੀਂ ਕਈ ਸਕੂਲਾਂ ਜਾਂਦੇ ਹਾਂ, ਬੱਚਿਆਂ ਨੂੰ 10ਵੀਂ ਤੋਂ ਬਾਅਦ ਸਬਜੈਕਟ ਕਿੰਨੇ ਹੁੰਦੇ 11ਵੀਂ 'ਚ ਪਤਾ ਨਹੀਂ। ਮੈਂ 11ਵੀਂ 'ਚ ਗਿਆ ਸੀ, ਮੈਂ ਪ੍ਰੋਸਪੈਕਟਸ ਸ਼ਬਦ ਪਹਿਲੀ ਵਾਰ ਸੁਣਿਆ ਸੀ ਜੀ। ਹੁਣ ਪਤਾ ਹੀ ਨਹੀਂ ਐਂਥਰੋਪੋਲੋਜੀ ਕਿਹੜੀ ਸ਼ੈ ਦਾ ਨਾਂ, ਸਾਨੂੰ ਤਾਂ ਹਿਸਟਰੀ, ਪੋਲੀਟੀਕਲ 2 ਪੰਜਾਬੀਆਂ ਹੁੰਦੀਆਂ ਜੀ, 2 ਅੰਗਰੇਜ਼ੀਆਂ ਹੁੰਦੀਆਂ, ਇੰਨਾ ਕੁ ਪਤਾ ਹੈ। ਨਾਨ ਮੈਡੀਕਲ ਤੇ ਮੈਡੀਕਲ ਦੇ ਵਿੱਚ ਫਰਕ ਕਾਹਦਾ, ਮੈਥਮੈਟਿਕਸ ਤੇ ਬਾਇਓ ਦਾ ਫਰਕ ਹੈ, ਨਹੀਂ ਪਤਾ ਹੁੰਦਾ। ਇਹ 'ਚ ਬਹੁਤੇ ਪੈਸੇ ਨਹੀਂ ਲੱਗਣੇ, ਪਰ ਬੱਚਿਆਂ ਦਾ ਭਵਿੱਖ ਸਹੀ ਹੋ ਸਕਦਾ। ਜੇ ਕਿਤੇ ਢੋ ਮੇਲਾ ਤੁਹਾਡਾ ਬਣੇ, ਸਰਕਾਰ ਕੋਈ ਗੱਲ ਸੁਣੇ, ਕੋਈ ਲਿਖਤੀ ਇੱਕ ਅੱਧੀ ਚਿੱਠੀ ਇਸ ਮੁੱਦੇ ਤੇ ਪਾ ਦਿਓ। ਨਹੀਂ, ਜ਼ਰੂਰ। ਮਤਲਬ ਕਿ ਮੈਂ ਸਮਝਦਾ ਕਿ ਇਹ ਜੋ ਬੱਚਾ 10ਵੀਂ 'ਚ ਹੋ ਜਾਂਦਾ, ਉਹਦੇ ਉਸ ਵੇਲੇ ਥੋੜ੍ਹਾ ਜਿਹਾ ਪ੍ਰਾਈਮਿੰਗ ਉਹਦੀ ਕਰ ਦੇਣੀ ਚਾਹੀਦੀ ਹੈਗੀ, ਕਿਉਂਕਿ ਜਿਹੜੇ ਸਾਡੇ ਅੰਮਾ ਕਹਿੰਦੇ ਹੁੰਦੇ ਕਿ ਜਿਹੜੇ ਤੁਹਾਡੇ 5-6 ਸਾਲ ਹੈਗੇ ਆ ਜੀ, 8ਵੀਂ ਤੋਂ ਲੈ ਕੇ +2 ਤੱਕ, ਜਾਂ ਉਸ ਤੋਂ 1-2 ਸਾਲ ਹੈਗੇ, ਜੇ ਤੁਸੀਂ 4-5 ਸਾਲ ਤੁਸੀਂ ਇਹਨੂੰ ਡਟ ਕੇ ਲਾ ਲਏ, ਸੰਭਾਲ ਲਏ, ਤੁਸੀਂ ਅੱਗੇ 40-50 ਸਾਲ ਤੁਸੀਂ ਮਤਲਬ ਕਿ ਟੈਨਸ਼ਨ ਫਰੀ ਰਹੋਗੇ।
ਤੁਸੀਂ ਆਪਣਾ ਸੰਭਾਲ ਸਕਦੇ ਹੋ। ਜੇ ਇਹੀ ਤੁਸੀਂ 4-5 ਸਾਲ ਤੁਸੀਂ ਖਰਾਬ ਕਰ ਲਏ, ਜੀ। ਫਾਊਂਡੇਸ਼ਨ ਖਰਾਬ ਕਰ ਲਈ, ਤੁਹਾਡੇ ਅਗਲੇ 40-50 ਸਾਲ ਉਮਰ ਦੇ ਉਹ ਖਰਾਬ ਹੋ ਗਏ ਸਮਝੋ। ਖਰਾਬ ਹੋ ਗਏ। ਇਹ ਫਾਊਂਡੇਸ਼ਨ ਜਿਹੜੀ ਬਣਨੀ ਆ ਇਹ 8ਵੀਂ 'ਚ ਹੀ ਬਣਨੀ ਹੈਗੀ ਆ। ਇਸ ਟਾਈਮ 'ਚ ਹੀ ਬੱਚਿਆਂ ਨੂੰ ਪੁੱਛ ਕੇ ਜਾਂ ਉਹਨਾਂ ਕੋਲ ਫੀਡਬੈਕ ਲੈ ਕੇ ਕਿਹਦੇ 'ਚ ਇੰਟਰਸਟ ਆ, ਕੋਈ ਇੰਜੀਨੀਅਰਿੰਗ 'ਚ ਆ ਜਾਂ ਕੋਈ ਐਰੋਨੌਟਿਕਸ ਹੈ, ਕੋਈ ਸਪੇਸ 'ਚ ਆ, ਮੈਡੀਕਲ 'ਚ ਆ, ਜੀ। ਉਸ ਹਿਸਾਬ ਨਾਲ ਉਹਨਾਂ ਦੀ ਤਿਆਰੀ ਕੀਤੀ ਜਾਵੇ, ਉਸ ਹਿਸਾਬ ਨਾਲ ਗਾਈਡ ਕੀਤਾ ਜਾਵੇ ਕਿ ਤੁਹਾਡੇ ਵਾਸਤੇ ਆਹ ਕੋਰਸ ਹੋਣਾ, ਆਹ ਕੋਰਸ ਤੁਹਾਡੇ ਇੱਥੇ ਅਵੇਲੇਬਲ ਹੋਣੇ ਆ, ਅਤੇ ਇਸ ਤੁਸੀਂ ਇੱਦਾਂ ਤੁਸੀਂ ਉਸ ਇੰਸਟੀਟਿਊਸ਼ਨ ਕਾਲਜ ਤੁਸੀਂ ਐਂਟਰ ਕਰ ਸਕਦੇ, ਜਾਂ ਥੋੜ੍ਹੀ ਐਗਜ਼ਾਮ ਜਾਂ ਥੋੜ੍ਹਾ ਮੈਰਿਟ, ਉਹ ਥੋੜ੍ਹਾ ਉਹਨਾਂ ਲਈ ਈਜ਼ੀ ਹੋ ਜਾਂਦਾ। ਕਿਉਂਕਿ ਸਾਡੇ ਜਿਹੜੇ ਬੱਚਿਆਂ ਦੇ ਜਾਂ ਹਲਕੇ ਦੇ ਜਾਂ ਆਲ ਓਵਰ ਪੰਜਾਬ ਕਹਿ ਸਕਦੇ ਕਿ ਹਜੇ ਵੀ ਪੇਰੈਂਟਸ ਉਹਨਾਂ ਦੇ ਇੰਨੇ ਐਜੂਕੇਟਡ ਨਹੀਂ ਹੈਗੇ ਕਿ ਉਹਨਾਂ ਨੂੰ ਸਿਰਫ ਇਹੀ ਪਤਾ ਡਾਕਟਰ, ਇੰਜੀਨੀਅਰ ਤੇ ਵਕੀਲ। ਪਰ ਇਸ ਤੋਂ ਵੀ ਹਾਂਜੀ ਪਰ ਇਸ ਤੋਂ ਵੀ ਬਹੁਤ ਸਾਰੀਆਂ ਫੀਲਡਸ ਹੈਗੀਆਂ, ਬਹੁਤ ਜ਼ਿਆਦਾ ਫੀਲਡਸ ਹੈਗੀਆਂ, ਅਤੇ ਜ਼ਰੂਰ ਅਸੀਂ ਆਪਾਂ ਗੱਲ ਕਰਾਂਗੇ। ਇਹ ਵੀ ਵੈਰੀ ਗੁੱਡ ਪੁਆਇੰਟ ਹੈਗਾ ਕਿ ਬੱਚਿਆਂ ਦਾ, ਕਿਉਂਕਿ ਫਿਊਚਰ ਉਹ ਬਣ ਜਾਣਾ ਅਤੇ ਉਹਦੇ ਵਿੱਚ ਉਹਨਾਂ ਦੀ ਮਤਲਬ ਕਿ ਜਿਹੜੀ ਟਾਈਮ ਵੀ ਜਿਹੜਾ ਹੋਊਗਾ ਉਹ ਬਚ ਜਾਏਗਾ ਉਹਨਾਂ ਦਾ। ਜੀ ਡਾਕਟਰ ਸਾਹਿਬ, ਮੈਨੂੰ ਸਾਰਿਆਂ ਨੇ ਕਹਿਣਾ ਕਿ ਜਿਹੜੇ ਸਵਾਲ ਨੇ ਪੁੱਛਣ ਵਾਲੇ, ਕਈ ਹੋਰ ਸਵਾਲ ਸੀ ਤੱਤੇ ਮੈਂ ਤੁਹਾਡੇ ਤੋਂ ਤਾਂ ਨਹੀਂ ਪੁੱਛੇ, ਮੈਂ ਆ ਸਾਰੀਆਂ ਗੱਲਾਂ ਤਾਂ ਕੀਤੀਆਂ ਕਿਉਂਕਿ ਹੋ ਸਕਦਾ ਤੁਸੀਂ ਸਰਕਾਰ ਤੱਕ ਪਹੁੰਚਾ ਦਿਓ, ਹੋ ਸਕਦਾ ਸਾਲ ਨਹੀਂ 2 ਸਾਲ ਤੱਕ ਤੁਸੀਂ ਗੱਲ ਕਰਦੇ ਹੋ, ਕਿਉਂਕਿ ਬਹੁਤ ਵਾਰੇ ਸਾਡੇ ਨੋਟਿਸ 'ਚ ਆਉਂਦਾ ਕਿ ਇੱਕ ਵਾਰੀ ਬੱਚਾ ਪਤਾ ਨਹੀਂ ਸੀ, ਉਹਨਾਂ ਨੇ ਹੋਰ ਸਬਜੈਕਟ ਲੈ ਲਿਆ ਜਿਹਦੇ ਵਿੱਚ ਇੰਟਰਸਟ ਨਹੀਂ ਸੀ, ਸਾਰੀ ਉਮਰ ਖੱਜਲ ਹੁੰਦਾ। ਵੈਰੀ ਟਰੂ, ਸਹੀ ਗੱਲ ਹੈ, ਉਹ ਜ਼ਰੂਰੀ ਹੈ ਉਧਰਲੇ ਪਾਸੇ ਨੂੰ। ਤੁਸੀਂ ਬਾਰ-ਬਾਰ ਅੰਮਾ ਸ਼ਬਦ ਵਰਤ ਰਹੇ ਹੋ, ਮਾਤਾ ਸ਼੍ਰੀ ਦੀ ਅੱਜ ਵੀ ਗੱਲ ਸੁਣਦੇ ਹੋ, MLA ਬਣ ਕੇ ਵੀ ਸੁਣਦੇ ਹੋ ਕਿ ਹੁਣ ਕਹਿੰਦੇ ਹੋ ਮੈਂ ਤਾਂ ਲੀਡਰ ਹਾਂ? ਨਹੀਂ, ਚਲੋ ਜੋ ਕੁਛ ਵੀ ਹੈਗਾ ਚਲੋ ਬਜ਼ੁਰਗਾਂ ਦੇ ਸਿਰ ਤੇ ਹੀ ਹੁੰਦਾ ਜੀ। ਜੇ ਰੱਬ ਹੈਗਾ ਤਾਂ ਉਹੀ ਹੈਗੇ, ਹੋਰ ਤਾਂ ਕੋਈ ਹੈ ਨਹੀਂ। ਜੇ ਅਸੀਂ ਰੱਬ ਨੂੰ ਮੰਨਦੇ ਹਾਂ, ਦੇਖਦੇ ਹਾਂ, ਤੇ ਉਹਨਾਂ ਵਿੱਚ ਹੀ ਦੇਖਦੇ ਪਏ ਆਪਾਂ। ਜੋ ਕੁਛ ਅੱਜ ਬਣਿਆ, ਜੋ ਕੁਛ ਵੀ ਹੈਗਾ ਉਹਨਾਂ ਦੇ ਸਿਰ ਤੇ ਹੀ ਹੈਗਾ। ਦਬਕਾ ਮਾਰ ਦਿੰਦੇ ਅਜੇ ਵੀ ਪੂਰਾ ਨਹੀਂ ਪੂਰਾ ਉਹ ਤਾਂ ਸਮਝਦੇ ਨਹੀਂ ਕਿ ਮੈਂ ਡਾਕਟਰ ਜਾਂ MLA, ਬਸ ਚਲੋ ਚੱਲਦਾ ਹੀ ਹੈਗਾ ਪਿਆਰ ਉਹ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ ਆ, ਚਾਹੇ ਅਸੀਂ ਵੱਡੇ ਹੋ ਗਏ, ਸਾਡੇ ਵੀ ਅੱਗੇ ਬੱਚੇ ਹੋ ਗਏ, ਤੇ ਉਹਨਾਂ ਨੇ ਕਹਿਣਾ, ਉਹਨਾਂ ਲਈ ਤਾਂ ਅਸੀਂ ਬੱਚੇ ਹੀ ਆ ਬਸ, ਬਦਲ ਗਏ। ਨਹੀਂ, ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਅਸੀਂ ਉਮੀਦ ਕਰਦੇ ਹਾਂ, ਦੇਖੋ ਪੰਜਾਬ ਦੇ ਲੋਕਾਂ ਨੇ ਨਾ ਤੁਹਾਨੂੰ ਤਬਦੀਲੀ ਲਈ ਵੋਟਾਂ ਪਾਈਆਂ ਜੀ, ਬੜੀ ਉਮੀਦ ਨਾਲ ਪਾਈਆਂ। ਹਾਂਜੀ, ਮੈਂ ਬਹੁਤ ਕੁਝ ਤੁਹਾਡੇ ਤੋਂ ਪੁੱਛ ਸਕਦਾ ਸੀ ਜੀ। ਫੌਜਾ ਸਿੰਘ ਸਰਾਰੀ ਹੋਰਾਂ ਦਾ ਮੁੱਦਾ, ਤੁਹਾਡੇ ਪ੍ਰੋਫੈਸ਼ਨ ਦੇ ਨਾਲ ਹੀ ਪਹਿਲੇ ਮੰਤਰੀ ਹੁੰਦੇ ਸੀ ਡਾਕਟਰ ਸਾਹਿਬ, ਉਹਨਾਂ ਦਾ ਮੁੱਦਾ ਮੈਂ ਤੁਹਾਡੇ ਤੋਂ ਪੁੱਛ ਸਕਦਾ ਸੀ, ਹੋਰ ਕਈ ਚੀਜ਼ਾਂ ਸੀ, ਮੈਂ ਜਾਣਬੁੱਝ ਕੇ ਨਹੀਂ ਪੁੱਛੀਆਂ। ਉਹਦਾ ਕਾਰਨ ਕੀ ਹੈ ਕਿ ਉਹਦੇ ਵਿੱਚੋਂ ਮੈਨੂੰ ਤਾਂ ਸਾਡੇ ਦੇਖਣ ਸੁਣਨ ਵਾਲੇ ਨੂੰ ਸਵਾਦ ਤਾਂ ਆਊਗਾ, ਪਰ ਉਹਦੇ ਵਿੱਚ ਫਿਰ ਗਾਈਡੈਂਸ ਐਂਡ ਕਾਉਂਸਲਿੰਗ ਦਾ ਮੁੱਦਾ ਰੁਲ ਜਾਣਾ ਸੀ। ਬਿਲਕੁਲ ਸਹੀ। ਉਹਦੇ ਵਿੱਚ ਜੈਨਰਿਕ ਦਵਾਈਆਂ ਦਾ ਮੁੱਦਾ ਰੁਲ ਜਾਣਾ ਸੀ। ਵੈਰੀ ਟਰੂ। ਉਹਨਾਂ ਮੁੱਦਿਆਂ ਲਈ ਤੁਹਾਨੂੰ ਅਸੀਂ ਕਦੇ ਫੇਰ ਸੱਦ ਲਾਂਗੇ, ਪਰ ਅਸੀਂ ਤੁਹਾਡੇ ਤੋਂ ਵਾਅਦਾ ਲੈਣਾ ਕਿ ਇਹ 2-4 ਚੀਜ਼ਾਂ ਸਰਕਾਰ ਤੱਕ ਪਹੁੰਚਾਓਗੇ। ਨਹੀਂ, ਜ਼ਰੂਰ, ਡੈਫੀਨੇਟਲੀ। ਮਤਲਬ ਕਿ ਤਾਂ ਲੋਕ ਖੇਤੀ ਵਿੱਚ ਸਾਡੇ ਭਵਿੱਖ ਲਈ, ਸਾਡੇ ਆਉਣ ਵਾਲੀ ਪੀੜ੍ਹੀ ਲਈ ਬੜੀ ਇੰਪੋਰਟੈਂਟ ਹੈਗੀ ਆ ਜੀ। ਤੇ ਉਹਦਾ ਵੀ ਸਰਕਾਰ ਵੀ ਸਕੂਲ ਆਫ ਐਕਸਲੈਂਸ 100 ਅਨਾਊਂਸ ਕੀਤੇ ਪੰਜਾਬ ਸਰਕਾਰ ਨੇ, ਤੇ ਉਹ ਵੀ ਕਰਾਂਗੇ। ਅਸੀਂ ਆਪਣੇ ਹਲਕੇ ਲਈ ਵੀ ਮੰਗਿਆ ਹੈਗਾ ਸਕੂਲ ਆਫ ਐਕਸਲੈਂਸ, ਠੀਕ ਹੈ ਜੀ, ਤੇ ਜਿਹਦੇ ਵਿੱਚ ਹਾਇਰ ਐਜੂਕੇਸ਼ਨ ਇਸ ਤਰ੍ਹਾਂ ਦਾ ਸਿਸਟਮ ਕੀਤਾ ਜਾਵੇ। ਤੇ ਮੈਨੂੰ ਬੜੀਆਂ ਉਮੀਦਾਂ ਨੇ ਆਪਣੀ ਸਰਕਾਰ ਕੋਲੋਂ, ਆਪਣੇ ਮਾਨ ਸਾਹਿਬ ਕੋਲੋਂ, ਤੇ ਅਸੀਂ ਜ਼ਰੂਰ ਇਹੀ ਕਹਾਂਗੇ ਕਿ ਥੋੜ੍ਹਾ ਸਮਾਂ ਦਿਓ ਸਾਨੂੰ। ਠੀਕ ਹੈ ਜੀ। ਸਾਨੂੰ ਲੋਕ ਪੁੱਛਦੇ ਨੇ ਡਾਕਟਰ ਸਾਹਿਬ ਕੀ ਫ਼ਰਕ ਆ ਤੁਹਾਡੀ ਸਰਕਾਰ ਵਿੱਚ ਪੁਰਾਣੀਆਂ ਸਰਕਾਰਾਂ 'ਚ? ਮੈਂ ਕਿਹਾ ਫ਼ਰਕ ਇਹੀ ਹੈ ਕਿ 2 ਗੱਲਾਂ ਦਾ ਫ਼ਰਕ ਹੈਗਾ। ਪਹਿਲੀ ਗੱਲ ਹੈ ਕਿ ਉਹ ਅਖੀਰਲੇ ਸਾਲ ਜਾ ਕੇ ਐਲਾਨ ਕਰਦੇ ਨੇ, 6 ਮਹੀਨੇ ਪਹਿਲਾਂ ਨੀਂਹ ਪੱਥਰ ਰੱਖਦੇ ਨੇ। ਸਾਡੀ ਸਰਕਾਰ ਨੇ ਡੇ 1 ਤੋਂ ਹੀ ਕੰਮ ਕਰਨਾ ਸ਼ੁਰੂ ਕਰਤਾ ਹੈਗਾ। ਉਹਦੇ ਰਿਜ਼ਲਟਸ ਵੀ ਸਾਨੂੰ ਮਿਲ ਰਹੇ, ਚਾਹੇ ਨੌਕਰੀਆਂ ਦੀ ਅਪੁਆਇੰਟਮੈਂਟਸ ਹੋਣ, ਬਿਜਲੀ ਮਾਫੀ ਦਾ ਹੋਵੇ, 1 ਪੈਨਸ਼ਨ 1 ਰੈਂਕ, ਹੋਰ ਵੀ ਕਈ ਮਸਲੇ ਜਿਨ੍ਹਾਂ ਨੇ ਅਸੀਂ ਆਪਾਂ ਵਿਦਿਨ 6 ਮੰਥਸ, ਫਸਟ 6 ਮੰਥਸ ਅਸੀਂ ਆਪਾਂ ਉਹ ਕਰਨੇ ਸ਼ੁਰੂ ਕਰਤੇ। ਨੋ ਡਾਊਟ ਸਾਡੇ ਕੋਲ ਇੰਨੀ ਜਾਂ ਫੰਡਸ ਅਵੇਲੇਬਲ ਨਹੀਂ ਸੀ, ਮਸ਼ੀਨਰੀ ਨਹੀਂ ਹੈਗੀ ਅਵੇਲੇਬਲ ਹੈਗੀ, ਸਾਡੇ ਕੋਲ ਇੰਨਾ ਸਟਾਫ ਵੇਰੀਅਸ ਡਿਪਾਰਟਮੈਂਟਸ ਨਹੀਂ ਹੈਗਾ, ਪਰ ਫਿਰ ਵੀ ਅਸੀਂ ਆਪਾਂ ਉਹ ਰਿਜ਼ਲਟਸ ਦੇਣੇ ਸ਼ੁਰੂ ਕਰਤੇ ਆ ਜੀ। ਦੂਜਾ ਸੀਗਾ ਕਿ ਪਹਿਲਾਂ ਕੀ ਹੁੰਦਾ ਸੀ, ਲੋਕਾਂ ਦਾ ਪੈਸਾ ਉਹ ਆਪਣੀ ਜੇਬ 'ਚ ਚਲਾ ਜਾਂਦਾ ਸੀਗਾ, ਸਰਕਾਰਾਂ ਦੀ ਜੇਬ 'ਚ, ਮੰਤਰੀ ਜੇਬ 'ਚ ਲੈਂਦੇ। ਸਾਡੀ ਸਰਕਾਰ 'ਚ ਇਹ ਫਰਕ ਕਿ ਲੋਕਾਂ ਦਾ ਪੈਸਾ ਅਸੀਂ ਲੋਕਾਂ ਦੀ ਜੇਬ 'ਚ ਹੀ ਪਾ ਰਹੇ ਹਾਂ ਆਪਾਂ। ਠੀਕ ਹੈ। ਇਹਦਾ ਸਭ ਤੋਂ ਵੱਡਾ ਉਦਾਹਰਨ ਸਾਡੇ ਸਾਹਮਣੇ ਜਿਹੜਾ ਬਿਜਲੀ ਮਾਫੀ, ਮਨੀ ਸੇਵ ਹੋ ਰਿਹਾ, ਪਾਕਟ ਸੇਵ ਹੋ ਰਹੀ ਉਹਨਾਂ ਦੀ, ਜਿਹੜੀ ਅਸੀਂ ਆਪਾਂ 1 ਪੈਨਸ਼ਨ 1 ਵਿਧਾਇਕ ਕੀਤੀ ਹੈ, ਉਹ ਵੀ ਲੋਕਾਂ ਦਾ ਪੈਸਾ ਅਸੀਂ ਉਹ ਬਚਾ ਰਹੇ ਆਪਾਂ। ਇਹੀ 2 ਜਿਹੜੇ ਮੇਨ ਡਿਫਰੈਂਸ ਅਸੀਂ ਦੱਸ ਰਹੇ ਲੋਕਾਂ ਨੂੰ ਕਿ ਇਹ ਸਾਡੇ 'ਚ ਹੈਗਾ ਕਿ ਅਸੀਂ ਕੰਮ ਪਹਿਲਾਂ ਸ਼ੁਰੂ ਕਰਤਾ ਤੇ ਲੋਕਾਂ ਦਾ ਪੈਸਾ ਅਸੀਂ ਲੋਕਾਂ ਦੀ ਜੇਬ 'ਚ ਹੀ ਅਸੀਂ ਪਾ ਰਹੇ। ਡਾਕਟਰ ਸਾਹਿਬ, ਤੁਹਾਡੇ ਹਲਕੇ 'ਚ ਕੋਈ ਮੁਹੱਲਾ ਕਲੀਨਿਕ ਬਣਿਆ, ਆਮ ਆਦਮੀ ਕਲੀਨਿਕ? ਨਹੀਂ, ਮੈਂ ਮੰਗ ਕੀਤੀ ਸੀ ਮੰਤਰੀ ਸਾਨੂੰ, ਮੈਂ ਕਿਹਾ 5 ਦਿਓ। ਮੈਂ ਕਿਹਾ ਮੇਰੇ ਤੇ ਇਲਜ਼ਾਮ ਲਾ ਜਾਣਾ ਡਾਕਟਰ ਸਾਹਿਬ ਆਪਣਾ ਹਸਪਤਾਲ ਆ, ਇਸ ਕਰਕੇ ਨਹੀਂ ਖੜੇ ਮੁਹੱਲਾ ਕਲੀਨਿਕ ਲੈ ਕੇ ਆ ਰਹੇ। ਹੁਣ ਅੱਗੇ ਖਲਵਾਉਣਾ ਹੀ ਨਹੀਂ, 5 ਦੇ ਕੇ ਆਏ ਅਸੀਂ। 5 ਦੇ
ਮੈਂ ਕਿਹਾ ਲੋਕਾਂ ਨੇ ਬਲੇਮ ਕਰ ਦੇਣਾ ਡਾਕਟਰ ਸਾਹਿਬ ਨੇ ਖਰੇ ਹਸਪਤਾਲ ਕਰਕੇ ਨਹੀਂ ਖੋਲੀ ਮੁਹੱਲਾ ਕਲੀਨਿਕ ਸਾਹਿਬ ਨੇ ਹਲਕੇ 'ਚ ਆ ਵੀ ਝੱਟ ਰਗੜ ਦੇਣਾ ਉਹਨਾਂ ਨੇ ਫਿਰ। ਠੀਕ ਹੈ ਜੀ। ਨਹੀਂ ਅਸੀਂ 5 ਦੀ ਡਿਮਾਂਡ ਕੀਤੀ ਆਪਾਂ। ਜਾਂਦਿਆਂ ਕਿਸੇ ਲੀਡਰ ਦੀ ਬਦਖੋਈ ਕਰ ਜਾਓ। ਨਹੀਂ ਅਸੀਂ ਤਾਂ ਆਪਣੇ ਕੰਮ ਦੀ ਗੱਲ ਕਰਾਂਗੇ, ਆਪਣੇ ਹਲਕੇ ਦੀ ਗੱਲ ਕਰਾਂਗੇ, ਆਪਣੀ ਗੱਲ ਕਰਾਂਗੇ, ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ। ਮੈਨੂੰ ਜੋ ਸਾਡੀ ਸੋਚ ਸਾਡੀ ਸਮਝ ਹੈ। ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਭਾਜੀ, ਸਤਿ ਸ਼੍ਰੀ ਅਕਾਲ। ਸੋ ਡਾਕਟਰ ਰਵਜੋਤ ਵਿਧਾਨ ਸਭਾ ਹਲਕਾ ਸ਼ਾਮ 84 ਤੋਂ ਐਮਐਲਏ ਨੇ। ਤੀਸਰੀ ਇਲੈਕਸ਼ਨ ਉਹਨਾਂ ਨੇ ਲੜੀ ਹੈ, ਜਾਣੀ ਕਿ ਪਹਿਲਾਂ ਇੱਕ ਐਮਐਲਏ ਦੀ ਇਲੈਕਸ਼ਨ ਹਾਰੀ, ਫਿਰ ਲੋਕ ਸਭਾ ਇਲੈਕਸ਼ਨ ਹਾਰੀ, ਪਰ ਲੱਗੇ ਰਹੇ। ਚਲੋ ਐਤਕੀ ਲੋਕਾਂ ਨੇ ਜਿਤਾਤਾ। ਲੋਕਾਂ ਨੂੰ ਆਸਾਂ ਉਮੀਦਾਂ ਬਹੁਤ ਨੇ, ਚੋਆਂ ਦੀ ਧਰਤੀ ਹੈ ਭਾਈ, ਥੋੜਾ ਜਿਹਾ ਕੰਢੀ ਇਲਾਕਾ ਵੀ ਪੈਂਦਾ ਹੈ ਜੀ। ਹੁਣ ਇਸ ਵੇਲੇ ਉਹਨਾਂ ਨੇ ਮਿੱਠਾ ਘੱਟ ਖਾਣ ਦੀ ਸਲਾਹ ਦਿੱਤੀ ਹੈ, ਥੋੜੀ ਜਿਹੀ ਕਸਰਤ ਕਰਨ ਦੀ ਸਲਾਹ ਦਿੱਤੀ ਹੈ। ਅਸੀਂ ਵੀ ਉਹਨਾਂ ਨੂੰ ਕੋਈ ਸਲਾਹਾਂ ਦੇਤੀਆਂ, ਉਹ ਸਾਡੀ ਸਲਾਹ ਮੰਨਦੇ ਆ ਕਿ ਨਹੀਂ ਮੰਨਦੇ ਪਤਾ ਨਹੀਂ। ਤੁਸੀਂ ਉਹਨਾਂ ਦੀਆਂ ਸਲਾਹਾਂ ਜਿਹੜੀਆਂ ਜ਼ਰੂਰ ਮੰਨ ਲਿਓ। ਮੈਨੂੰ ਪਤਾ ਹੈ ਤੁਹਾਡੀਆਂ ਟਿੱਪਣੀਆਂ ਆਉਣੀਆਂ, ਇੰਟਰਵਿਊ ਖਿੱਚ ਕੇ ਨਹੀਂ ਕੀਤੀ, ਆ ਵੀ ਪੁੱਛਣਾ ਸੀ, ਪਰ ਮੈਂ ਤੁਹਾਡੇ ਭਾਈ ਹੱਕ ਦੀ ਗੱਲ ਕੀਤੀ ਹੈ। ਜਿਹੜੇ ਸਵਾਲ ਰਹਿ ਗਏ ਹੋਏ ਤੁਸੀਂ ਦੱਸ ਦਿਓ। ਇੱਥੇ ਦਿਓ। ਪਰਮਜੀਤ ਸਿੰਘ ਬਾਠ ਨੂੰ ਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।